ਅੱਜ ਤੁਸੀਂ ਸਾਰਿਆਂ ਨੇ ਦੇਖਿਆ ਜਦੋਂ ਜਥਾ ਅੱਗੇ ਗਿਆ ਪੁਲਿਸ ਨਾਲ ਕਿਵੇਂ ਝੜਪਾਂ ਹੋਈਆਂ। ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਪਾਸੇ ਇਨਸਾਫ ਮੋਰਚਾ ਜਿਹੜਾ ਰਿਹਾਈ ਦੀ ਮੰਗ ਕਰ ਰਿਹਾ ਤੇ ਕਈ ਧਿਰਾਂ ਇਹ ਗੱਲ ਕਹਿ ਰਹੀਆਂ ਨੇ ਵੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਿਵੇਂ ਕੀਤਾ ਜਾ ਸਕਦਾ। ਜਿਹੜੇ ਕਿ ਸਾਡੇ ਪੰਜਾਬ ਦੇ ਨਹੀਂ ਸੀ ਕਿਹਾ ਜਾ ਸਕਦਾ, ਉਹਨਾਂ ਨੂੰ ਜਾਣਬੁੱਝ ਕੇ ਪਥਰਾ ਕਰਵਾ ਕੇ ਤੇ ਮੋਰਚੇ ਨੂੰ ਜਿਹੜਾ ਹੈ ਗੈਰ ਕਾਨੂੰਨੀ ਕਰਾਉਣ ਦੀ ਗੱਲ ਕੀਤੀ ਹੈ। ਬਹੁਤ ਗੰਭੀਰ ਦੋਸ਼ ਲਾ ਰਹੇ ਜੇ ਵੀ ਪੁਲਿਸ ਨੇ ਕੁਝ ਲੋਕਾਂ ਕੋਲੋਂ ਪਥਰਾ ਕਰਾਇਆ ਜਥੇ ਤੇ ਇਸ ਕਰਕੇ ਪੁਲਿਸ ਇਹ ਨਹੀਂ ਚਾਹੁੰਦੀ ਵੀ ਸਾਡਾ ਜਿਹੜਾ ਅਮਨ ਮਾਨ ਮੋਰਚਾ ਐਡੀ ਵੱਡੀ ਸਫਲਤਾ ਨਾਲ ਚੱਲ ਰਿਹਾ ਉਹਨੂੰ ਸਫਲ ਹੋਣ ਦੇਣ। ਉਹ ਕੋਈ ਨਾ ਕੋਈ ਬਹਾਨਾ ਜਿਹੜਾ ਹੈ ਲਾਉਣ ਦੀ ਗੱਲ ਕਰਦੀ ਹੈ। ਕੌਣ ਸਨ ਜਿਨ੍ਹਾਂ ਨੇ ਰੋੜੇ ਮਾਰੇ ਨੇ? ਰੋੜੇ ਤਾਂ ਉਹਨਾਂ ਦੇ ਪਾਸਿਓਂ ਆਏ ਨੇ ਜਿੱਥੇ ਚੰਡੀਗੜ੍ਹ ਦੀ ਪੁਲਿਸ ਸੀ। ਸਾਡੇ ਮੋਰਚੇ ਵਾਲੇ ਪਾਸੇ ਤੇ ਨਾ ਕੋਈ ਰੋੜਾ ਸੀ, ਨਾ ਕੋਈ ਰੋੜੇ ਮਾਰਨ ਵਾਲਾ ਸੀ। ਇਹਦਾ ਇੱਕਦਮ ਪਥਰਾ ਕਰਨਾ, ਫਿਰ ਪਾਣੀ ਦੀਆਂ ਵਿਛਾੜਾਂ ਮਾਰਨੀਆਂ, ਜਾਂ ਲੋਕਾਂ ਨੂੰ ਕਿੰਨਿਆਂ ਲੋਕਾਂ ਨੂੰ ਜਿਹੜਾ ਹੈ ਜਿਹੜਾ ਇੰਜਰ ਕਰ ਦਿੱਤਾ ਹੈ, ਉਹਨਾਂ ਨੂੰ ਚੋਟਾਂ ਲਾ ਦਿੱਤੀਆਂ ਹੈ। ਇੱਕਦਮ ਜਾ ਕੇ ਰਾਹ ਚੋਂ ਕਿੱਥੇ ਅਸੀਂ ਰੋੜੇ ਲੈ ਲਏ, ਰਾਹ ਚੋਂ ਕਿੱਥੋਂ ਅਸੀਂ ਜਿਹੜਾ ਹੈ ਕੋਈ ਹਥਿਆਰ ਵਰਤ ਲਿਆ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਜਾ ਕੇ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰੇਗਾ ਔਰ ਅਰਦਾਸ ਕਰੇਗਾ ਕਿ ਸਾਡੇ ਮੁੱਖ ਮੰਤਰੀ ਨੂੰ ਸੱਚੇ ਪਾਤਸ਼ਾਹ ਸਮਤ ਬਖਸ਼ੇ ਔਰ ਉਹਨੂੰ ਇਨਸਾਫ ਕਰਨ ਦੀ ਹਿੰਮਤ ਦੇਵੇ। ਕਾਨੂੰਨ ਕਿਤੇ ਇਹ ਕਹਿੰਦਾ ਕਿ 98 ਦਾ ਕੇਸ ਹੋਵੇ 26 ਸਾਲ ਪੁਰਾਣਾ ਤੇ ਉਹਨੂੰ ਤੁਸੀਂ ਦੱਬ ਕੇ ਰੱਖੋ। ਇਹ ਕਹੀ ਜਾਓ ਕਿ ਅਸੀਂ ਪ੍ਰੋਡਕਸ਼ਨ ਨਹੀਂ ਕਰ ਸਕਦੇ। ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਤਿਹਾੜ 'ਚ ਆਉਂਦੇ ਨੇ, ਜੱਗੂ ਭਗਵਾਨਪੁਰੀਏ ਵਰਗਿਆਂ ਨੂੰ ਤੁਸੀਂ ਲੈ ਕੇ ਆਉਂਦੇ ਹੋ। ਜੇ ਰਾਮ ਰਹੀਮ ਬਾਬਾ ਇਹ ਵਰਲਡ ਤੇ ਮੇਰੇ ਹਿਸਾਬ ਨਾਲ ਕੋਈ ਐਸਾ ਮੁਲਕ ਨਹੀਂ ਹੋਏਗਾ ਕਿ ਇੱਕ ਕੈਦੀ ਨੂੰ ਪਰੋਲ ਦਿੱਤੀ ਜਾਂਦੀ ਹੈ ਗੈਰ ਕਾਨੂੰਨੀ ਤੌਰ ਤੇ, ਨਾਲ ਉਹਨੂੰ ਜ਼ੈਡ ਸਿਕਿਉਰਿਟੀ ਦਿੰਦੀ ਜਾਂਦੀ ਹੈ। ਉਹ ਕਹਿੰਦੇ ਜੀ ਅਸੀਂ ਇਹਨੂੰ ਜਿਹੜਾ ਹੈ ਸਪੀਡੀ ਟ੍ਰਾਇਲ ਕਰਾ ਦਾਂਗੇ। ਮੈਂ ਕਿਹਾ ਕਦੋਂ ਕਰਵਾ ਦੋਗੇ? ਕਹਿੰਦੇ ਜੀ ਕੁਝ ਟਾਈਮ ਦਿਓ, ਸੋਚ ਲੈਣ ਦਿਓ, ਪ੍ਰੋਸੀਜਰ ਹੈ। ਮੈਂ ਕਿਹਾ ਪ੍ਰੋਸੀਜਰ 25 ਸਾਲ ਤਾਂ ਪੂਰਾ ਤੁਹਾਡਾ ਨਹੀਂ ਹੋਇਆ, ਹੋਰ ਕਿੰਨੇ ਸਾਲ ਲਾਉਣੇ ਚਾਹੁੰਦੇ ਆ? ਅਸੀਂ ਕੌਮੀ ਇਨਸਾਫ ਮੋਰਚੇ ਵਾਲੀ ਥਾਂ ਤੇ ਖੜੇ ਹਾਂ। ਮੋਰਚੇ ਵੱਲੋਂ ਪਿਛਲੇ 3 ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਿਹਾਇਸ਼ ਵੱਲ ਮਾਰਚ ਦਾ ਪ੍ਰੋਗਰਾਮ ਰੱਖਿਆ ਸੀ ਤੇ ਅੱਜ ਤੁਸੀਂ ਸਾਰਿਆਂ ਨੇ ਦੇਖਿਆ ਜਦੋਂ ਜਥਾ ਅੱਗੇ ਗਿਆ ਪੁਲਿਸ ਨਾਲ ਕਿਵੇਂ ਝੜਪਾਂ ਹੋਈਆਂ ਔਰ ਮੋਰਚਾ ਕਿਹੜੇ ਪਾਸੇ ਜਾ ਰਿਹਾ ਇਹ ਵੀ ਗੱਲ ਕਰਾਂਗੇ। ਪਰ ਮੁੱਖ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਪਾਸੇ ਇਨਸਾਫ ਮੋਰਚਾ ਜਿਹੜਾ ਰਿਹਾਈ ਦੀ ਮੰਗ ਕਰ ਰਿਹਾ ਤੇ ਕਈ ਧਿਰਾਂ ਇਹ ਗੱਲ ਕਹਿ ਰਹੀਆਂ ਨੇ ਵੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਿਵੇਂ ਕੀਤਾ ਜਾ ਸਕਦਾ। ਉਹ ਤੇ ਕਾਤਲ ਨੇ ਜਾਂ ਉਹ ਤੇ ਜਿਹੜੇ ਨੇ ਅਪਰਾਧੀ ਨੇ। ਸੋ ਇਹਦੇ ਤੇ ਗੱਲ ਕਰਾਂਗੇ। 2 ਵਕੀਲ ਨੇ, ਦਲਸ਼ੇਰ ਸਿੰਘ ਜੰਡਿਆਲਾ ਜੀ ਔਰ ਅਮਰ ਸਿੰਘ ਚਾਹਲ, ਜਿਹੜੇ ਕਈ ਦਹਾਕਿਆਂ ਤੋਂ ਕਹਿ ਸਕਦੇ ਆ ਇਹ ਮੁੱਦਿਆਂ ਨੂੰ ਲੈ ਕੇ ਅਦਾਲਤਾਂ 'ਚ ਲੰਬੀ ਜਿਰਾ ਕਰ ਚੁੱਕੇ ਨੇ ਔਰ ਸੰਘਰਸ਼ ਕਰਦੇ ਆ ਰਹੇ ਆ। ਚੱਲ ਸਾਹਿਬ, ਪਹਿਲੀ ਗੱਲ ਤਾਂ ਇਹ ਵੀ ਅੱਜ ਮੋਰਚੇ ਨੇ ਕਿਹੜਾ ਰੂਪ ਲੈ ਲਿਆ? ਦੇਖੋ, ਮੋਰਚੇ ਦਾ ਰੂਪ ਜੋ ਪਹਿਲੇ ਸੀ, ਜਿਹੜੇ ਬੰਦੀ ਸਿੰਘਾਂ ਲਈ ਅਸੀਂ ਜਥੇ ਭੇਜਦੇ ਸੀ ਜਾਂ ਬਾਕੀ ਜਿਹੜੇ ਮਾਮਲੇ ਸੀ, ਉਹ ਬਿਲਕੁਲ ਅਮਨ ਮਾਨ ਦੇ ਨਾਲ ਜਥਾ ਜਾਂਦਾ ਹੈ। ਤੇ ਉੱਥੇ ਜਾ ਕੇ ਕੋਈ ਚੰਡੀਗੜ੍ਹ ਪੁਲਿਸ ਵਾਲਿਆਂ ਨੇ ਕਲੋਨੀਆਂ 'ਚੋਂ ਬੰਦੇ ਇਕੱਠੇ ਕਰਕੇ ਜਿਹੜੇ ਕਿ ਸਾਡੇ ਪੰਜਾਬ ਦੇ ਨਹੀਂ ਸੀ ਕਿਹਾ ਜਾ ਸਕਦਾ, ਉਹਨਾਂ ਨੂੰ ਜਾਣਬੁੱਝ ਕੇ ਪਥਰਾ ਕਰਵਾ ਕੇ ਤੇ ਮੋਰਚੇ ਨੂੰ ਜਿਹੜਾ ਹੈ ਗੈਰ ਕਾਨੂੰਨੀ ਕਰਾਉਣ ਦੀ ਗੱਲ ਕੀਤੀ ਹੈ। ਸਾਡੇ ਮੋਰਚੇ 'ਚੋਂ ਕਿਸੇ ਨੇ ਵੀ ਕੋਈ ਗੈਰ ਕਾਨੂੰਨੀ ਨਹੀਂ ਕੀਤੀ। ਅਸੀਂ ਮੋਰਚੇ ਵਾਲਿਆਂ ਨੂੰ ਇਹ ਦੁਬਾਰਾ ਕਹਿ ਕੇ ਭੇਜਦੇ ਹਾਂ, ਜਿਹੜਾ ਅਸੀਂ ਜਥਾ ਭੇਜਦੇ ਹਾਂ ਵੀ ਅਸੀਂ ਪੁਰ ਅਮਨ ਰਹਿਣਾ। ਅਸੀਂ ਚਾਲ ਸਾਹਿਬ, ਇਹ ਤਾਂ ਬਹੁਤ ਗੰਭੀਰ ਦੋਸ਼ ਲਾ ਰਹੇ ਜੇ ਵੀ ਪੁਲਿਸ ਨੇ ਕੁਝ ਲੋਕਾਂ ਕੋਲੋਂ ਪਥਰਾ ਕਰਾਇਆ ਜਥੇ ਤੇ। ਇਹ ਗੰਭੀਰ ਹਕੀਕਤ ਹੋਈ ਹੈ। ਦੂਸ਼ਣ ਕੀ ਹੈ ਜੀ? ਇਹ ਤਾਂ ਸਾਰੀ ਪ੍ਰੈਸ ਨੂੰ ਪਤਾ ਹੈ ਵੀ ਜਿਹੜੇ ਸਾਡੇ ਮੋਰਚੇ ਦੇ ਸੱਜਣ ਗਏ ਸੀ, ਜਿਹੜੇ ਜਥਾ, ਉਹਨਾਂ ਕੋਲ ਤਾਂ ਕੋਈ ਹਥਿਆਰ ਨਹੀਂ ਸੀ, ਉਹਨਾਂ ਨੇ ਕੋਈ ਗੜਬੜ ਨਹੀਂ ਕੀਤੀ। ਤੇ ਇਸ ਕਰਕੇ ਪੁਲਿਸ ਇਹ ਨਹੀਂ ਚਾਹੁੰਦੀ ਵੀ ਸਾਡਾ ਜਿਹੜਾ ਅਮਨ ਮਾਨ ਮੋਰਚਾ ਐਡੀ ਵੱਡੀ ਸਫਲਤਾ ਨਾਲ ਚੱਲ ਰਿਹਾ ਉਹਨੂੰ ਸਫਲ ਹੋਣ ਦੇਣ। ਉਹ ਕੋਈ ਨਾ ਕੋਈ ਬਹਾਨਾ ਜਿਹੜਾ ਹੈ ਲਾਉਣ ਦੀ ਗੱਲ ਕਰਦੀ ਹੈ। ਨਹੀਂ ਤੇ ਸਾਡੇ ਬੰਦੇ ਕੋਈ ਜਿਹੜੇ ਹੈ ਉਹਨਾਂ ਦੇ ਮਤਲਬ ਕੌਣ ਸਨ ਜਿਨ੍ਹਾਂ ਨੇ ਰੋੜੇ ਮਾਰੇ ਨੇ? ਰੋੜੇ ਤਾਂ ਉਹਨਾਂ ਦੇ ਪਾਸਿਓਂ ਆਏ ਨੇ ਜਿੱਥੇ ਚੰਡੀਗੜ੍ਹ ਦੀ ਪੁਲਿਸ ਸੀ। ਸਾਡੇ ਮੋਰਚੇ ਵਾਲੇ ਪਾਸੇ ਤੇ ਨਾ ਕੋਈ ਰੋੜਾ ਸੀ, ਨਾ ਕੋਈ ਰੋੜੇ ਮਾਰਨ ਵਾਲਾ ਸੀ। ਉਹ ਬੰਦੇ ਕਿੱਥੋਂ ਆ ਗਏ? ਅਸੀਂ ਭੇਜਿਆ। ਉਹ ਚੰਡੀਗੜ੍ਹ ਪੁਲਿਸ ਵਾਲਿਆਂ ਨੇ ਲਾਗੋਂ ਕਲੋਨੀ 'ਚੋਂ ਬੰਦੇ ਜਿਹੜੇ ਨੇ ਉਹ ਲਿਆਂਦੇ ਨੇ ਤੇ ਉਹਨਾਂ ਕੋਲ ਪਥਰਾ ਕਰਵਾਇਆ ਹੈ, ਤੇ ਜਿਹੜਾ ਬਿਲਕੁਲ ਗੈਰ ਕਾਨੂੰਨੀ ਹੈ। ਜਦੋਂ ਅਸੀਂ ਜਿਹੜਾ ਹੈ ਸਾਨੂੰ ਜਿਹੜਾ ਇੱਕਦਮ ਪਥਰਾ ਕਰਨਾ, ਫਿਰ ਪਾਣੀ ਦੀਆਂ ਵਿਛਾੜਾਂ ਮਾਰਨੀਆਂ,
ਜਾਂ ਲੋਕਾਂ ਨੂੰ ਕਿੰਨਿਆਂ ਲੋਕਾਂ ਨੂੰ ਜਿਹੜਾ ਹੈ ਇਹ ਉਹ ਜਿਹੜਾ ਇੰਜਰ ਕਰ ਦਿੱਤਾ ਹੈ, ਉਹਨਾਂ ਨੂੰ ਚੋਟਾਂ ਲਾ ਦਿੱਤੀਆਂ ਹੈ। ਇਸ ਕਰਕੇ ਕਰ ਦਿੱਤਾ ਹੈ ਵੀ ਮੋਰਚੇ ਦੀ ਜਿਹੜੀ ਹੈ ਅਮਨ ਅਮਾਨ ਨਾਲ ਚੱਲਣ ਨਾਲ ਤੇ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਨੂੰ ਸੂਟ ਨਹੀਂ ਕਰਦਾ। ਤੁਸੀਂ ਦੇਖੋ ਅਸੀਂ ਪੰਜਾਬ ਦੀ ਟੈਰੀਟਰੀ ਚੋਂ ਗਏ ਆ, ਪੰਜਾਬ ਦੀ ਟੈਰੀਟਰੀ ਚੋਂ ਕਿੱਥੋਂ ਅਸੀਂ ਰੋੜੇ ਚੁੱਕੇ ਆ, ਕਿੱਥੋਂ ਅਸੀਂ ਸਮਾਨ ਚੁੱਕਿਆ ਵੀ ਪੁਲਿਸ ਤੇ ਹਮਲਾ ਕਰਨਾ। ਕੋਈ ਇਸ ਤਰ੍ਹਾਂ ਦੀ ਜੇ ਅਸੀਂ ਇਸ ਤਰ੍ਹਾਂ ਦੀ ਕਰਤੱਵ ਕਰਦੇ ਤਾਂ ਪੰਜਾਬ ਪੁਲਿਸ ਵਾਲੇ ਖੁਦ ਹੀ ਇਸ ਤਰ੍ਹਾਂ ਦੀ ਸਾਨੂੰ ਰੋਕ ਦਿੰਦੇ। ਸੋ ਪੰਜਾਬ ਪੁਲਿਸ ਨੇ ਜਿਹੜਾ ਹੈ ਸ਼ਾਂਤੀਪੂਰਵਕ ਜਦੋਂ ਅਸੀਂ ਗਏ ਹਾਂ ਤੇ ਇੱਕਦਮ ਜਾ ਕੇ ਰਾਹ ਚੋਂ ਕਿੱਥੇ ਅਸੀਂ ਰੋੜੇ ਲੈ ਲਏ, ਰਾਹ ਚੋਂ ਕਿੱਥੋਂ ਅਸੀਂ ਜਿਹੜਾ ਹੈ ਕੋਈ ਹਥਿਆਰ ਵਰਤ ਲਿਆ। ਇਸ ਕਰ ਦਿਲਸ਼ੇਰ ਜੀ, ਤੁਹਾਨੂੰ ਉਦੋਂ ਦੇਖ ਰਹੇ ਸੀ, ਤੁਸੀਂ ਮੇਰਾ ਖਿਆਲ ਮੋਰਚੇ ਦੇ ਨੇੜੇ ਤੇੜੇ ਸੀ ਉਦੋਂ। ਅਸਲ 'ਚ ਜਿਵੇਂ ਚਾਹਲ ਸਾਹਿਬ ਨੇ ਦੱਸਿਆ, ਕਹਾਣੀ ਵਾਪਰੀ ਕਿਵੇਂ? ਦੇਖੋ ਜੀ, ਇਦਾਂ ਦੀ ਪਹਿਲਾਂ ਦੱਸ ਧਰਮ ਸਾਹਿਬ ਜੀ ਇਹ ਕਿ ਅਸੀਂ 31 ਬੰਦਿਆਂ ਦਾ ਜਥਾ ਕਿਉਂ ਭੇਜ ਰਹੇ ਹਾਂ। ਇਸ ਕਰਕੇ ਭੇਜਨੇ ਆ ਕਿ ਜਿੰਨੇ ਪੈਂਡਿੰਗ ਕੇਸਿਸ ਨੇ ਜਥੇਦਾਰ ਸਾਹਿਬ ਦੇ 1998 ਦੇ ਕੇਸ ਪੈਂਡਿੰਗ ਨੇ, 2005 ਦੀਆਂ ਕੁਝ FIRਾਂ ਪੈਂਡਿੰਗ ਨੇ, ਉਹਨਾਂ ਕੇਸਾਂ ਦੇ ਵਿੱਚ ਬੜੀ ਜਦੋਜਹਿਦ ਕਰਕੇ ਅਸੀਂ ਚਲਾਨ ਪੇਸ਼ ਕਰਵਾਏ ਨੇ। ਇੱਥੋਂ ਤੱਕ ਹੋਇਆ ਕਿ SHOs ਨੂੰ ਕੰਸਰਨ ਸ਼ੋ ਕਾਜ਼ ਨੋਟਿਸ ਦਿੱਤੇ ਗਏ ਅਦਾਲਤਾਂ ਵੱਲੋਂ, ਫਿਰ ਉਹ ਜਿਹੜੇ ਚਲਾਨ ਪੇਸ਼ ਹੋਏ। ਹੁਣ ਚਲਾਨ ਤੋਂ ਬਾਅਦ ਚਾਰਜ ਦਾ ਪ੍ਰੋਸੀਜਰ ਆ, ਚਾਰਜ ਲਈ ਪ੍ਰੋਡਕਸ਼ਨ ਚਾਹੀਦੀ ਆ। ਉਹ ਪ੍ਰੋਡਕਸ਼ਨ ਲਈ ਵੀ ਜਿਹੜਾ ਜੱਜ ਸਾਹਿਬ ਦੁਬਾਰਾ ਹੁਕਮ ਕਰਦੇ ਨੇ, ਖਾਸ ਕਰਕੇ SSP ਮੋਹਾਲੀ ਨੂੰ 2 ਵਾਰੀ ਇਸ ਗੱਲ ਦਾ ਉਹਨਾਂ ਨੇ ਨੋਟਿਸ ਦਿੱਤਾ ਕਿ ਤੁਸੀਂ ਉਹਨਾਂ ਦੀ ਫਿਜ਼ੀਕਲ ਪ੍ਰੋਡਕਸ਼ਨ ਦਾ ਪ੍ਰਬੰਧ ਕਰੋ, ਪਰ ਉਹ ਕੋਈ ਨਾ ਕੋਈ ਤਰੀਕੇ ਨਾਲ ਉਹਨੂੰ ਟਾਲ ਦਿੰਦੇ ਨੇ। ਲਾਸਟ ਡੇਟ ਤੇ ਉਹਨਾਂ ਨੇ ਇੱਕ ਬੇਫਜ਼ੂਲ ਐਪਲੀਕੇਸ਼ਨ ਦਿੱਤੀ ਕਿ ਇਹ ਜੀ ਇਹਨਾਂ ਦੀ ਇੱਥੇ ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੋ ਸਕਦੀ, ਲਾਅ ਐਂਡ ਆਰਡਰ ਸਿਚੁਏਸ਼ਨ ਜਾਂ ਹੋਰ ਕੋਈ ਸਾਨੂੰ ਸਿਕਿਉਰਿਟੀ ਅਰੇਂਜਮੈਂਟਸ 'ਚ ਪ੍ਰੋਬਲਮ ਹੈਗੀ ਆ। ਉਹਦੇ ਤੇ ਕਾਫੀ ਸਾਨੂੰ ਨਿਰਾਸ਼ਾ ਹੋਈ ਕਿ ਅਸੀਂ ਤੇ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਮੰਗਦੇ ਆ, ਤੁਸੀਂ ਉਹਨਾਂ ਦੇ ਕੇਸ ਖਤਮ ਕਰਨ ਨੂੰ ਵੀ ਤਿਆਰ ਨਹੀਂ, ਮੀਨਿੰਗ ਦੇਰ ਬਾਈ ਕਿ ਉਹਨਾਂ ਦੀ ਪ੍ਰੋਡਕਸ਼ਨ ਕਰਨ ਨੂੰ ਤਿਆਰ ਨਹੀਂ। ਇਹ ਵੀ ਇੱਕ ਫੈਕਟ ਹੈਗਾ ਕਿ ਦਿੱਲੀ ਤਿਹਾੜ ਜੇਲ੍ਹ 'ਚ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਰੱਖਿਆ, ਕੋਈ ਕੇਸ ਉੱਥੇ ਪੈਂਡਿੰਗ ਨਹੀਂ। ਲਾ ਇਹ ਕਹਿੰਦਾ ਕਿ ਜਿਹੜੀ ਕੋਰਟ ਦੀ ਜੁਰਿਸਡਿਕਸ਼ਨ 'ਚ ਉਹਨੂੰ ਰੱਖਣਾ ਚਾਹੀਦਾ ਜਿੱਥੇ ਉੱਥੇ ਕੇਸ ਪੈਂਡਿੰਗ ਹੋਣ, ਜਾਂ ਜਦੋਂ ਸਾਰੇ ਕੇਸ ਖਤਮ ਹੋ ਜਾਣ ਤੇ ਉਹਦੀ ਨੇਟਿਵ ਪਲੇਸ ਹੋਵੇ ਜਿੱਥੇ ਉਹਦਾ ਪਰਿਵਾਰ ਉਹਦੀ ਮੁਲਾਕਾਤ ਆਸਾਨੀ ਨਾਲ ਕਰ ਲੇ। ਇਹ ਦੋਵੇਂ ਗੱਲਾਂ ਨਹੀਂ ਹੋ ਰਹੀਆਂ। 2 ਵਾਰੀ SSP ਨੂੰ ਮਿਲੇ ਆ, DGP ਸਾਹਿਬ ਦੇ ਨਾਲ ਮਿਲਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਮਜ਼ਾਕ ਕੀਤਾ। ਜਤਿੰਦਰ ਸਿੰਘ ਔਲਖ ਨੇ ਅਗਲੇ ਦਿਨ ਰਿਟਾਇਰ ਹੋਣਾ ਸੀ, ਉਹਨਾਂ ਦੇ ਨਾਲ ਮਿਲਾਤਾ। ਉਸ ਤੋਂ ਬਾਅਦ ਅਸੀਂ ਇਹ ਐਲਾਨੀਆਂ ਕੀਤਾ ਕਿ ਅਸੀਂ 31 ਬੰਦਿਆਂ ਦਾ ਜਥਾ ਭੇਜਾਂਗੇ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਜਾ ਕੇ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰੇਗਾ ਔਰ ਅਰਦਾਸ ਕਰੇਗਾ ਕਿ ਸਾਡੇ ਮੁੱਖ ਮੰਤਰੀ ਨੂੰ ਸੱਚੇ ਪਾਤਸ਼ਾਹ ਸਮੱਤ ਬਖਸ਼ੇ ਔਰ ਉਹਨੂੰ ਇਨਸਾਫ ਕਰਨ ਦੀ ਹਿੰਮਤ ਦੇਵੇ। ਤੁਹਾਡਾ ਮਤਲਬ ਸਮੱਤ ਬਖਸ਼ਣ ਲਈ ਤੁਸੀਂ ਜਾਣਾ ਉੱਥੇ? ਬਿਲਕੁਲ, ਅਸੀਂ ਤੇ ਇਹੋ ਹੀ ਕਿਹਾ ਸੀ। ਜਦੋਂ ਤੁਹਾਨੂੰ ਕਿਸੇ ਚੈਨਲ ਤੋਂ ਸੁਣਦਾ ਹੀ ਨਹੀਂ, ਤੁਹਾਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਕਾਨੂੰਨ ਕੀ ਕਹਿੰਦਾ। ਕਾਨੂੰਨ ਕਿਤੇ ਇਹ ਕਹਿੰਦਾ ਕਿ 98 ਦਾ ਕੇਸ ਹੋਵੇ 26 ਸਾਲ ਪੁਰਾਣਾ ਤੇ ਉਹਨੂੰ ਤੁਸੀਂ ਦੱਬ ਕੇ ਰੱਖੋ, ਇਹ ਕਹੀ ਜਾਓ ਕਿ ਅਸੀਂ ਪ੍ਰੋਡਕਸ਼ਨ ਨਹੀਂ ਕਰ ਸਕਦੇ। ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਤਿਹਾੜ ਚੋਂ ਆਉਂਦੇ ਨੇ, ਜੱਗੂ ਭਗਵਾਨਪੁਰੀਏ ਵਰਗਿਆਂ ਨੂੰ ਤੁਸੀਂ ਲੈ ਕੇ ਆਉਂਦੇ ਹੋ, ਹੈਰੀ ਚੱਠੇ ਵਰਗਿਆਂ ਨੂੰ ਲਿਆਉਂਦੇ ਹੋ। ਉਸ ਤੋਂ ਅੱਗੇ ਜੇ ਰਾਮ ਰਹੀਮ ਬਾਬਾ, ਇਹ ਵਰਲਡ ਤੇ ਮੇਰੇ ਹਿਸਾਬ ਨਾਲ ਕੋਈ ਐਸਾ ਮੁਲਕ ਨਹੀਂ ਹੋਏਗਾ ਕਿ ਇੱਕ ਕੈਦੀ ਨੂੰ ਪੈਰੋਲ ਦਿੱਤੀ ਜਾਂਦੀ ਹੈ ਗੈਰ ਕਾਨੂੰਨੀ ਤੌਰ ਤੇ, ਨਾਲ ਉਹਨੂੰ ਜ਼ੈਡ ਸਿਕਿਉਰਿਟੀ ਦਿੰਦੀ ਜਾਂਦੀ ਹੈ। ਦੱਸੋ ਕਿੱਡੀ ਵੱਡੀ ਡਿਸਕ੍ਰਿਮੀਨੇਸ਼ਨ ਆ ਕਿ ਇੱਕ ਬੰਦਾ ਜਿਹਨੂੰ ਜਿਹੜਾ 2015 ਦੇ ਵਿੱਚ ਸਰਬੱਤ ਖਾਲਸੇ ਦਾ ਜਥੇਦਾਰ ਚੁਣਿਆ ਗਿਆ ਤੇ ਉਹਦੇ ਲਈ ਤੁਹਾਡੇ ਕੋਲ ਸਿਕਿਉਰਿਟੀ ਦਾ ਅਰੇਂਜਮੈਂਟ ਨਹੀਂ ਕਿ ਉਹ ਤੁਸੀਂ ਉਹਨੂੰ ਪ੍ਰੋਡਕਸ਼ਨ ਕਰਾ ਦਿਓ। ਇੱਕ ਗੱਲ ਬੜੀ ਚੁੱਭ ਰਹੀ ਹੈ, ਪੰਜਾਬ ਦੇ ਲੋਕਾਂ ਨੂੰ ਚੁੱਭ ਰਹੀ ਹੈ ਵੀ 1 ਮਹੀਨੇ ਤੋਂ ਤੁਸੀਂ ਇੱਥੇ ਬੈਠੇ ਜੇ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਜੇ, ਉਹਦੇ ਲਈ ਲੋਕ ਪਰੇਸ਼ਾਨ ਹੋ ਸਕਦੇ, ਸਾਰਾ ਕੁਝ ਹੋ ਸਕਦਾ ਹੈ। ਸਰਕਾਰ ਦੀ ਜਿਹੜੀ ਚੁੱਪ ਹੈ, ਪੰਜਾਬ ਸਰਕਾਰ ਦੀ ਮੈਂ ਗੱਲ ਕਰਦਾ, ਚੁੱਪ ਹੈ, ਉਹਦਾ ਅਰਥ ਕੀ ਸਮਝਦੇ ਤੁਸੀਂ? ਕੀ ਅਰਥ ਹੈ? ਦੇਖੋ, ਕੱਲ ਸਾਨੂੰ ਇੱਥੋਂ ਪੰਜਾਬ ਪੁਲਿਸ ਦੇ ਕੁਝ ਸੀਨੀਅਰ ਆਫੀਸਰਸ ਨੇ ਮੀਟਿੰਗ ਕੀਤੀ ਸਾਡੇ ਨਾਲ। ਉਹ ਕਹਿੰਦੇ ਜੀ ਤੁਸੀਂ ਟੇਬਲ ਟਾਕ ਕਰੋ। ਅਸੀਂ ਕਿਹਾ ਜੀ ਅਸੀਂ ਕਦੋਂ ਮਨਾ ਕਰਦੇ ਹਾਂ। ਉਹ ਕਹਿੰਦੇ ਜੀ ਅਸੀਂ ਇੱਕ ਕੈਬਨਿਟ ਦੇ ਨਾਲ ਤੁਹਾਡੀ ਗੱਲ ਕਰਾਉਣਾ ਚਾਹੁੰਦੇ ਹਾਂ। ਅਸੀਂ ਐਗਰੀ ਕਰ ਗਏ। ਉਹ ਕਹਿੰਦੇ ਜਥਾ ਜਿਹੜਾ ਵਿਦ ਹੈਲਡ ਕਰੋ, ਅਸੀਂ ਤਾਂ ਕਰਾਂਗੇ। ਮੈਂ ਕਿਹਾ ਜੀ ਇਹ ਗੱਲ ਨਹੀਂ ਹੋ ਸਕਦੀ। ਸਾਰੀ ਟੀਮ ਨੇ ਸਲਾਹ ਕੀਤੀ, ਜਥਾ ਜਾਏਗਾ ਮੀਟਿੰਗ ਨਾਲ ਜਿਹੜਾ ਸਾਈਮਲਟੇਨੀਅਸਲੀ ਚੱਲੇਗੀ। ਜੇ ਕੋਈ ਇੰਸ਼ੋਰੈਂਸ ਦੇ ਦਿੰਦੇ ਹੋ ਫਿਰ ਅਸੀਂ ਡਿਸਾਈਡ ਕਰ ਲਾਂਗੇ। ਅਸੀਂ ਬੜੇ ਪੋਜ਼ਿਟਿਵ ਮਾਈਂਡ ਦੇ ਨਾਲ ਉੱਥੇ ਗਏ ਹਾਂ। ਚਹਿਲ ਸਾਹਿਬ ਗਏ ਨੇ, ਬਲਵਿੰਦਰ ਸਿੰਘ ਗਿਆ, ਜਸਵਿੰਦਰ ਸਿੰਘ ਰਾਜਪੁਰਾ ਗਿਆ, ਉੱਥੇ ਦਲਬੀਰ ਸਿੰਘ ਨਿੱਜਰ ਆਏ ਨੇ ਕੈਬਨਿਟ ਮਿਨਿਸਟਰ। ਉਹਨਾਂ ਨੂੰ ਸਾਰਾ ਅਸੀਂ ਜਿਹੜੀਆਂ ਚਾਰੇ ਕੌਮੀ ਹੱਕੀ ਮੰਗਾਂ ਦੀ ਗੱਲ ਕੀਤੀ। ਉਸ ਤੋਂ ਬਾਅਦ ਅਸੀਂ ਜਦੋਂ ਉਹਨਾਂ ਨੂੰ ਇਹ ਹੋਈ ਹੈ ਇੰਦਰਵੀਰ ਨਿੱਜਰ ਹੋਣਾ ਨਾ ਤੁਹਾਡੀ? ਬਿਲਕੁਲ, ਅੱਜ ਮੀਟਿੰਗ ਹੋਈ ਆ। ਅੱਜ Okay. ਪੰਜਾਬ ਭਵਨ ਦੇ ਵਿੱਚ 12:30 ਵਜੇ ਮੀਟਿੰਗ ਹੋਈ ਆ। ਜਦੋਂ ਅਸੀਂ ਸਾਰੀਆਂ ਗੱਲਾਂ ਦੱਸੀਆਂ, ਉਹ ਇੱਕ ਬੇਫਜ਼ੂਲ ਉਹਨਾਂ ਨੇ ਗੱਲ ਕੀਤੀ ਕਿ ਤੁਸੀਂ ਇਹ ਮੁੱਦਿਆਂ ਨੂੰ ਛੱਡੋ ਜੀ, ਮੁੱਦੇ ਤੇ ਹੋਰ ਨੇ। ਸਾਨੂੰ ਬਿਜਲੀ ਦਾ ਸੰਕਟ ਆਉਣ ਵਾਲਾ ਹੈ, ਸਾਨੂੰ ਬਿਜਲੀ ਦਾ ਪ੍ਰਬੰਧ ਕਰਨਾ ਚਾਹੀਦਾ, ਸਾਨੂੰ ਨਹਿਰਾਂ ਪੱਕੀਆਂ ਕਰਨੀਆਂ ਚਾਹੀਦੀਆਂ, ਸਾਨੂੰ ਇਹ ਗੱਲਾਂ ਕਹਿੰਦੇ ਜੀ ਨਹੀਂ ਕਰਨੀਆਂ ਚਾਹੀਦੀਆਂ। ਅਸੀਂ ਜਦੋਂ ਉਹਨਾਂ ਨੂੰ ਬਾਹਰ ਇਹ ਕਿਹਾ ਕਿ ਤੁਸੀਂ اخلاق ਦੀ ਕੀ ਗੱਲ ਕਰਦੇ ਆ, ਤੁਸੀਂ ਇਹ ਗੱਲ ਕਿੱਥੋਂ ਭੁੱਲ ਜਾਓਗੇ ਕਿ 26 ਸਾਲ ਤੋਂ ਉੱਥੇ
ਡੀਜੀ ਸਾਹਿਬ ਸੀ, ਮੈਂ ਕਿਹਾ ਜੀ ਪੁੱਛੋ ਇਹਨਾਂ ਨੂੰ ਕਿ ਇਹ 26 ਸਾਲ ਤੱਕ ਕੇਸ ਦਾ ਕੋਈ ਆਨਸਰੇਬਲ ਹੈਗੇ ਨੇ ਕਿਸੇ ਗੱਲ ਦੇ। ਉਹ ਕਹਿੰਦੇ ਜੀ ਖੁਦ ਸਾਨੂੰ ਇਸ ਗੱਲ ਤੇ ਅਸੀਂ ਮਾਮਾ, ਸਾਨੂੰ ਇਸ ਗੱਲ ਦਾ ਕੋਈ ਜਵਾਬ ਨਹੀਂ ਹੈਗਾ ਸਾਡੇ ਕੋਲ ਕਿ 26 ਸਾਲ ਕੇਸ ਕਿੱਦਾਂ ਪੈਂਡਿੰਗ ਰਹਿ ਗਿਆ। ਔਰ ਚੰਡੀਗੜ੍ਹ ਯੂਟੀ ਦੇ ਬੰਦੇ ਵੀ ਉੱਥੇ ਬੈਠੇ ਸੀ, ਉਹ ਵੀ ਇਸ ਗੱਲ ਤੇ ਬਿਲਕੁਲ ਵਜ੍ਹਾ ਸੀ। ਜਦੋਂ ਅਸੀਂ ਪ੍ਰੋਡਕਸ਼ਨ ਦੀ ਗੱਲ ਕੀਤੀ, ਉਹ ਕਹਿੰਦੇ ਜੀ ਸਾਨੂੰ ਐਗਜ਼ਾਮਿਨ ਕਰਨ ਲੈਣ ਦਿਓ ਮੁੱਦਾ। ਅਸੀਂ ਉਹਨਾਂ ਨੂੰ ਕਿਹਾ ਜੀ ਅਦਾਲਤੀ ਮਾਮਲਾ, ਅਦਾਲਤ ਹੁਕਮ ਕਰ ਰਹੀ ਆ, ਐਗਜ਼ਾਮਿਨ ਕੀ ਕਰਨਾ, ਸਾਨੂੰ ਟਾਈਮ ਦੱਸਿਓ। ਕਹਿੰਦੇ ਜੀ ਕੁਝ ਸਮਾਂ ਦਿਓ। ਚੇਲ ਸਾਹਿਬ ਨੇ ਕਿਹਾ ਜੀ ਦੱਸੋ ਕਿੰਨਾ ਸਮਾਂ ਚਾਹੀਦਾ ਐਗਜ਼ਾਮਿਨ ਕਰਨ ਨੂੰ। 25 ਸਾਲ ਚਾਹੀਦੇ ਨੇ, 25 ਸਾਲ ਤੇ ਪਹਿਲਾਂ ਕਰ ਲਏ, ਹੋਰ 25 ਸਾਲ ਚਾਹੀਦੇ ਨੇ। ਉਹ ਇਸ ਗੱਲ ਤੇ ਬਿਲਕੁਲ ਨਹੀਂ ਆਏ ਕਿ ਅਸੀਂ ਤੁਹਾਨੂੰ ਕੋਈ ਸਮਾਂ ਦੀ ਗੱਲ ਦੱਸਦੇ ਹਾਂ। ਔਰ ਉਹ ਸਿੱਟਾ ਬੇਅਰਥ ਪ੍ਰੋਡਕਸ਼ਨ ਲਈ ਵੀ ਨਹੀਂ ਮੰਨੇ। ਅਸੀਂ ਜਦੋਂ ਉਹਨਾਂ ਨੂੰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਗੱਲ ਦੱਸੀ ਕਿ ਇਹ ਉਹਨਾਂ ਦੀ ਸੈਂਟਰਲ ਗਵਰਨਮੈਂਟ ਨੇ 2019 ਦੀ ਨੋਟੀਫਿਕੇਸ਼ਨ ਆ 550 ਸਾਲਾਂ ਦੀ, ਉਹਨਾਂ ਨੇ ਤੇ ਰਿਹਾ ਕਰਤਾ, ਤੁਸੀਂ ਕਿਉਂ ਨਹੀਂ ਕਰਦੇ? 4 ਸਾਲਾਂ ਦੇ ਵਿੱਚ 6 ਵਾਰੀ ਤੁਹਾਡੀ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਅਡਜਨ ਹੋਈ ਆ। ਤੁਹਾਡਾ ਜੇਲ੍ਹਾਂ ਦਾ ਮੰਤਰੀ ਉਹ ਖੁਦ ਜੇਲ੍ਹ 'ਚ ਚਲਾ ਗਿਆ ਤੇ ਤੁਸੀਂ ਕਿਤੇ ਸੈਂਟੈਂਸ ਰਿਵਿਊ ਬੋਰਡ ਨੂੰ 4 ਸਾਲ ਲਾਉਣੇ ਸੀ? ਉਹ ਅੱਗਿਓਂ ਕਹਿੰਦੇ ਜੀ ਮੈਨੂੰ ਪਤਾ ਹੀ ਨਹੀਂ ਹੈ ਜੀ, ਮੈਨੂੰ ਨਹੀਂ ਪਤਾ, ਮੈਂ ਉਹਨੂੰ ਦੇਖ ਲੈਣਾ ਜੀ ਕੀ ਕਰਨਾ ਚਾਹੀਦਾ। ਬਲਕਿ ਹਰ ਗੱਲ ਤੇ ਉਹਨਾਂ ਦੀ ਨੈਗੇਟਿਵ ਆਨਸਰ। ਚਾਲ ਸਾਹਿਬ ਨੂੰ, ਚਾਲ ਸਾਹਿਬ ਮੰਤਰੀ ਸਾਹਿਬ ਇਹ ਕਹਿੰਦੇ ਨੇ ਵੀ ਗੱਲ ਬਿਜਲੀ ਦੀ ਕਰੋ, ਮੁੱਦੇ ਤੇ ਅਸਲੀ ਉਹ ਹੈ। ਜਿਵੇਂ ਦੱਸ ਰਹੇ ਨੇ ਦਸ਼ੇਰ ਜੀ ਵੀ ਉਹ ਤਿਆਰੀ 'ਚ ਨਹੀਂ, ਫਾਰਮੈਲਿਟੀ ਕਰਨਾ ਚਾਹੁੰਦੇ ਸੀ। ਮੇਰੇ ਖਿਆਲ ਮੰਤਰੀ ਸਾਹਿਬ ਨੂੰ ਜੋ ਸਾਡੇ ਮੁਸ਼ਕਲਾਂ ਸੀ ਨਾ, ਉਹਨਾਂ ਦਾ ਦਰਅਸਲ ਹੀ ਨਹੀਂ ਸੀ ਪਤਾ। ਉਹਨੂੰ ਇਹ ਵੀ ਨਹੀਂ ਸੀ ਪਤਾ ਵੀ ਪੰਜਾਬ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵਿੱਚ ਖਿਲਾਫ 2 ਕੇਸ ਚੱਲਦੇ ਨੇ ਔਰ ਉਹ 1995 ਦੇ ਚੱਲਦੇ ਨੇ ਔਰ ਉਹਨਾਂ 'ਚ ਕੋਈ ਪੇਸ਼ ਨਹੀਂ ਕੀਤਾ ਗਿਆ, ਉਹਨਾਂ 'ਚ ਚਲਾਨ ਨਹੀਂ ਦਿੱਤਾ ਗਿਆ, ਨਾ ਉਹਨਾਂ 'ਚ ਪੇਸ਼ ਕਰ ਰਹੇ ਨੇ। ਉਹ ਆਪਣੇ ਜਿਹੜੇ ਆਫੀਸਰ ਸਨ ਉਹਨਾਂ ਨਾਲ ਵੇਖਦੇ ਸੀ, ਚਾਹੇ ਡੀਜੀਪੀ ਪੁੱਛਦਾ ਸੀ, ਚਾਹੇ DIG ਇੱਕ ਸੱਜਣ ਸਨ ਉਹ ਬੋਲਦੇ ਸਨ, ਤੇ ਉਹਨਾਂ ਨੂੰ ਜਵਾਬ ਦੇਣ ਦਾ ਤਾਂ ਕੋਈ ਮਤਲਬ ਨਹੀਂ। ਉਹਨਾਂ ਦੇ ਅਫਸਰ ਨਹੀਂ ਸੀ ਸਾਨੂੰ ਜਵਾਬ ਦੇ ਸਕੇ। ਜਦੋਂ ਉਹਨਾਂ ਨੂੰ ਦੁਬਾਰਾ ਅਸੀਂ ਇਹ ਕਹਿੰਦੇ ਸੀ ਵੀ ਕਿਹੜੇ ਕਾਨੂੰਨ ਦੀ ਗੱਲ ਕਰਦੇ ਤੁਸੀਂ ਕਹਿੰਦੇ ਅਸੀਂ ਕਾਨੂੰਨ ਦੇ ਰਖਵਾਲੇ ਹਾਂ। ਇਹ ਰਖਵਾਲੇ ਹਾਂ ਤੁਸੀਂ ਵੀ 25 26 27 ਸਾਲ ਤੋਂ ਇੱਕ ਬੰਦਾ ਅੰਦਰ ਹੋਵੇ, ਤੁਸੀਂ ਉਹਦੇ 'ਤੇ ਕੇਸ ਚਲਾਉਣ ਨਹੀਂ ਤਿਆਰ ਨਹੀਂ। ਅਸੀਂ ਪਿਛਲੇ 5 6 ਮਹੀਨਿਆਂ 'ਚ ਅਦਾਲਤਾਂ 'ਚ ਧੱਕੇ ਖਾ ਰਹੇ ਹਾਂ ਵੀ ਕੇਸ ਚਲਾਓ, ਸਾਡਾ ਕੇਸ ਦਾ ਫੈਸਲਾ ਕਰੋ। ਇਹ ਤੁਹਾਡੀ ਡਿਊਟੀ ਸੀ ਫੈਸਲੇ ਕਰਨ ਦੀ, ਤੁਹਾਡਾ ਫਰਜ਼ ਬਣਦਾ ਸੀ ਉਹਦੇ ਖਿਲਾਫ ਚਲਾਨ ਪੇਸ਼ ਕਰਦੇ, ਫਿਰ ਉਹਨੂੰ ਪੇਸ਼ ਕਰਦੇ, ਫਿਰ ਉਹਦਾ ਟਰਾਇਲ ਹੁੰਦਾ। ਨਾ ਤੁਸੀਂ ਉਹਨੂੰ ਪੇਸ਼ ਕਰਦੇ ਆ, ਨਾ ਤੁਸੀਂ ਚਲਾਨ ਪੇਸ਼ ਕਰਦੇ ਆ, ਨਾ ਤੁਸੀਂ ਉਹਦਾ ਜਿਹੜਾ ਫੈਸਲਾ ਕਰਾਉਣ ਲਈ ਤਿਆਰ ਆ। ਕਿਹੜੇ ਕਾਨੂੰਨ ਦੀ ਗੱਲ ਕਰਦੇ ਆ ਦੱਸੋ? ਕਿਹੜਾ ਤੁਹਾਡਾ 25 ਸਾਲ ਦਾ? ਉਹਨਾਂ ਨੂੰ ਕੋਈ ਜਵਾਬ ਨਹੀਂ। ਉਹ ਦੁਬਾਰਾ ਸਾਨੂੰ ਕਹੀ ਜਾਏ ਵੀ ਜੀ ਇਹ ਤੁਸੀਂ ਹੁਣ ਪਿਛਲੀਆਂ ਗੱਲਾਂ ਕੋਈ ਛੇੜਦੇ ਆ, ਕਿਹਨੂੰ ਹੁਣ 25 ਸਾਲ ਦੇ ਨੂੰ ਸਜ਼ਾ ਦੇ ਦਈਏ? ਉਹ ਮੈਂ ਕਿਹਾ ਤੁਹਾਡਾ ਜਿਹੜਾ ਹੁਣ SHO ਆ ਉਹਦੇ ਕੋਲ ਅਸੀਂ ਜਾਤੀ ਤੌਰ ਤੇ ਹੋ ਕੇ ਆਏ ਆ, ਤੂੰ ਚਲਾਨ ਕਿਉਂ ਨਹੀਂ ਪੇਸ਼ ਕਰਦਾ? ਉਹ ਸਾਡੇ ਕਹਿਣ ਤੇ ਬਾਅਦ ਫਿਰ ਅਸੀਂ ਅਦਾਲਤ ਗਏ, ਅਦਾਲਤ ਨੇ ਕਿਹਾ ਉਹਨੂੰ ਸ਼ੋਕਾਜ਼ ਨੋਟ ਦਿੱਤਾ ਵੀ ਚਲਾਨ ਕਿਉਂ ਨਹੀਂ ਪੇਸ਼ਦਾ? ਫਿਰ ਕੀਤਾ। ਤੇ ਮੈਂ ਕਿਹਾ ਤੁਸੀਂ ਆਪਣੇ ਬੰਦਿਆਂ ਦੀ ਤੇ ਇਹ ਗੱਲ ਕਰਦੇ ਆ, ਤੇ ਜਿਹੜਾ ਬੰਦਾ 25 ਸਾਲ ਤੋਂ ਬਗੈਰ ਟਰਾਇਲ ਉਹਦਾ ਕੀ ਇਨਸਾਫ ਹੈ? ਕਿਹੜੇ ਕਾਨੂੰਨ ਦੀ ਗੱਲ ਕਰੀਏ ਅਸੀਂ ਤੁਹਾਡੇ ਨਾਲ? ਤੁਸੀਂ ਤਾਂ ਆਪਣੇ ਕਾਨੂੰਨ ਦੀ ਆਪ ਤੇ ਹੁਣ ਕਰਦੇ ਆ। ਮਤਲਬ ਉੱਥੇ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਉਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ। ਭਰੋਸਾ ਕਿਸੇ ਮੰਤਰੀ ਵੱਲੋਂ ਕਿਸੇ ਵੀ ਭਰੋਸੇ ਨਹੀਂ ਦੇ ਸਕੇ ਉਹ ਜੀ। ਜਦੋਂ ਏਡੀਆਂ ਵੱਡੀਆਂ ਅਸੀਂ ਉਹਨਾਂ ਨੂੰ ਕਿਹਾ ਵੀ ਦੱਸੋ ਕਿੱਦਣ ਤੁਸੀਂ ਪੇਸ਼ ਕਰੋਗੇ? ਉਹ ਕਹਿੰਦੇ ਜੀ ਅਸੀਂ ਇਹਨੂੰ ਜਿਹੜਾ ਹੈ ਸਪੀਡੀ ਟਰਾਇਲ ਕਰਾ ਦਾਂਗੇ। ਮੈਂ ਕਿਹਾ ਕਦੋਂ ਕਰਵਾ ਦੋਗੇ? ਕਹਿੰਦੇ ਜੀ ਕੁਝ ਟਾਈਮ ਦਿਓ, ਸੋਚ ਲੈਣ ਦਿਓ, ਪ੍ਰੋਸੀਜਰ ਹੈ। ਮੈਂ ਕਿਹਾ ਪ੍ਰੋਸੀਜਰ 25 ਸਾਲ ਤਾਂ ਪੂਰਾ ਤੁਹਾਡਾ ਨਹੀਂ ਹੋਇਆ, ਹੋਰ ਕਿੰਨੇ ਸਾਲ ਲਾਉਣੇ ਚਾਹੁੰਦੇ ਆ? ਉਹਨਾਂ ਦਾ ਉੱਥੇ ਡਾਇਰੈਕਟਰ ਬੈਠਾ ਸੀ, ਹੋਰ ਕਈ ਸੱਜਣ ਬੈਠੇ ਸੀ। ਮੈਂ ਕਿਹਾ ਜੀ ਤੁਹਾਨੂੰ ਇਹ ਪਤਾ ਹੈ ਵੀ ਅਸੀਂ ਮਹੀਨੇ ਤੋਂ ਮੋਰਚਾ ਲਾਈ ਬੈਠੇ ਹਾਂ, ਤੁਹਾਡੇ ਅਫਸਰਾਂ ਨਾਲ ਅਸੀਂ ਇੱਥੇ ਜਿਹੜੀਆਂ ਗੱਲਾਂ ਕਰਦੇ ਰਹੇ ਹਾਂ, ਤੁਹਾਡੇ SSP ਨੂੰ ਅਸੀਂ ਮੋਹਾਲੀ ਮਿਲ ਕੇ ਆਏ, ਉਹਨਾਂ ਨੂੰ ਕਹੇ ਵੀ ਤੁਸੀਂ ਪ੍ਰੋਡਿਊਸ ਕਰੋ, ਤੇ ਅਜੇ ਤੁਹਾਨੂੰ ਪਤਾ ਹੀ ਨਹੀਂ ਲੱਗਾ। ਅਜੇ ਵੀ ਤੁਸੀਂ ਕਹਿੰਦੇ ਵੀ ਪ੍ਰੋਸੀਜਰ। ਉਹ SSP ਉੱਥੇ ਬੈਠਾ ਸੀ, ਕਿਸੇ ਨੂੰ ਕੋਈ ਜਵਾਬ ਨਹੀਂ ਹੈਗਾ। ਏਡੀ ਵੱਡੀ ਮਾੜੀ ਹਾਲਤ। ਸਾਡੀ ਬਦਕਿਸਮਤੀ ਇਹ ਆ ਵੀ ਮਿਨਿਸਟਰ ਸਾਹਿਬ ਉਹ ਸਾਡੇ ਨਾਲ ਪੇਸ਼ ਕਰ ਦਿੱਤੇ ਜਿਨ੍ਹਾਂ ਨੂੰ ਆਪ ਕੁਝ ਨਹੀਂ ਸੀ ਪਤਾ, ਔਰ ਜਿਹੜੇ ਉਹਨਾਂ ਦੇ ਪੁਲਿਸ ਵਾਲੇ ਜਾਂ ਦੂਜੇ ਅਫਸਰ ਸਨ ਉਹ ਵੀ ਆਪਣੇ ਆਪ ਨੂੰ ਬਿਲਾਗ, ਉਹ ਵੀ ਇਸ ਕੇਸ ਦੇ ਬਾਰੇ ਕੋਈ ਨੈਗੇਟਿਵ ਗੱਲ ਕਰ ਰਹੇ ਸੀ, ਪੋਜ਼ੀਟਿਵ ਕੋਈ ਵੀ ਕਰਨ ਨੂੰ ਤਿਆਰ ਸੀ। ਤੁਸੀਂ ਜੰਡਿਆਲਾ ਜਿੰਦਾਂ ਨੂੰ ਕਹਿੰਦੇ ਜੇ ਬੰਦੀ ਸਿੰਘ ਨੇ ਰਿਹਾ ਕਰੋ, ਮਨਜਿੰਦਰ ਜੀਤ ਸਿੰਘ ਬਿੱਟਾ ਕਹਿ ਰਹੇ ਨੇ ਉਹ ਕਾਤਲ ਹੈ, ਇਸੇ ਤਰ੍ਹਾਂ ਰਵਨੀਤ ਬਿੱਟੂ ਕਹਿ ਰਹੇ ਨੇ ਉਹ ਕਾਤਲ ਹੈ, ਇਸੇ ਤਰ੍ਹਾਂ ਕਿ ਅੰਬਾਲੇ ਤੋਂ ਐਂਟੀ ਹਾਂਜੀ ਉਹ ਕਹਿ ਰਹੇ ਨੇ ਵੀ ਇਹ ਕਾਤਲ ਹੈ। ਇਹ ਕੁਛ ਲੋਕ ਇਹਨੂੰ ਕਾਤਲ ਕਹਿ ਰਹੇ ਨੇ, ਤੁਸੀਂ ਕਹਿ ਰਹੇ ਸਾਡੇ ਬੰਦੀ ਸਿੰਘ ਨੇ। ਇਹ ਕੀ ਫਰਕ ਕਿਉਂ ਇੰਨਾ? ਦੇਖੋ ਜੀ ਉਹਨਾਂ ਦੇ ਆਪਣੇ ਨਿੱਜੀ ਮਫਾਦ ਨੇ, ਇਹਨਾਂ ਸਾਰਿਆਂ ਦੇ ਬੈਕਗ੍ਰਾਉਂਡ ਚੈੱਕ ਕਰੋ। ਇਹ ਸ਼ਾਂਡਲੀਏ ਸਾਹਿਬ ਨੇ ਪਿੱਛੇ ਇਹਨਾਂ ਦਾ ਮੈਂ ਦੇਖ ਰਿਹਾ ਇੱਕ ਬਿਆਨ ਆਇਆ ਕਿ ਜਦੋਂ ਰਾਮ ਰਹੀਮ ਬਾਹਰ ਆਉਂਦਾ ਹੈ ਪੈਰੋਲ ਤੇ, ਉਹ ਹਰਿਆਣਾ ਗਵਰਨਮੈਂਟ ਨੂੰ ਇਹ ਪ੍ਰੈਸ ਕਰਦਾ ਜੀ ਇਹਨਾਂ ਨੂੰ ਕੋਈ ਨਾ ਕੋਈ ਰਿਪਬਲਿਕ ਡੇ ਤੇ ਅਵਾਰਡ ਦਿਓ। ਕਿ ਐਡਾ ਮਤਲਬ ਕਿ ਉਹਦੀ ਸੋਚ ਦੇਖੋ, ਇੱਕ ਪ੍ਰੂਵਡ ਰੇਪਿਸਟ ਤੇ ਮਰਡਰ ਦੀ ਕੀ ਸਪੋਰਟ ਕਰਦਾ ਉਹ।
ਜਦੋਂ ਉਹਨਾਂ ਨੂੰ 90 ਦਿਨ ਦੀ ਐਡਮਿਸ਼ਨ ਦਿੱਤੀ ਆ 26 ਜਨਵਰੀ ਨੂੰ ਹਰਿਆਣਾ ਗਵਰਨਮੈਂਟ ਨੇ, ਉਹ ਉਹਦੀ ਸ਼ਲਾਘਾ ਕਰਦਾ। ਇੱਕ ਫਿਰਕੇ ਨੂੰ ਉਹ ਜਿਹੜਾ ਸਪੋਰਟ ਕਰਦੇ ਨੇ। ਜੇ ਬਿੱਟੂ ਦੀ ਗੱਲ ਕਰਦੇ ਆ, ਰਵਨੀਤ ਬੁੱਟੀ ਨੂੰ ਇਹ ਕਿਉਂ ਨਹੀਂ ਪਤਾ ਲੱਗਦਾ ਕਿ ਉਹਦੇ ਦਾਦੇ ਨੇ ਕੀ ਕੀਤਾ? ਜਿੰਨੇ ਫੇਕ ਇਨਕਾਊਂਟਰਸ ਪੰਜਾਬ 'ਚ ਹੋਏ ਆ ਸ਼ਾਇਦ ਹੀ ਕਿਤੇ ਹੋਏ ਹੋਣ। ਔਰ ਉਹਦਾ ਖਾਲੜਾ ਸਾਹਿਬ ਨੇ ਰਿਪੋਰਟ ਦਿੱਤੀ ਕਿ ਇਕੱਲੇ ਮਾਝੇ ਦੇ ਵਿੱਚੋਂ 6,500 ਬੰਦਾ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਦੇਣਾ। ਤੇ ਇਹ ਕਿਹਦੇ ਕਾਰਨ, ਕਿਹਦੇ ਸਿਸਟਮ 'ਚ ਹੋਇਆ? ਕਾਤਲ ਤੇ ਇਹ ਆਪ ਨੇ। ਹੁਣ ਇਹ ਜਿਹੜੀ ਬਿੱਟੇ ਦੀ ਗੱਲ ਕਰਦੇ ਆ, ਬਿੱਟੇ ਦਾ ਕੀ ਪਿਛੋਕੜ ਹੈਗਾ ਜੀ? ਕੀ ਅੱਜ ਕੀ ਆ ਉਹਦੇ ਕੋਲ? ਉਹਦਾ ਪਿਛੋਕੜ ਦੇਖੋ। ਅੱਜ ਉਹ ਇੱਕ ਆਪਣੇ ਅਖਲਾਕ ਤੋਂ ਟੁੱਟ ਗਏ ਬਿਲਕੁਲ ਹੀ। ਕੋਈ ਐਸੀ ਗੱਲ ਇਨਸਾਨੀਅਤ ਦੀ ਹੈ ਹੀ ਨਹੀਂ ਉਹਨਾਂ 'ਚ। ਹੁਣ ਰਾਜੀਵ ਗਾਂਧੀ ਦੇ ਕਾਤਲ ਵੀ ਸੀ, ਉਹਨਾਂ ਨੂੰ ਛੱਡਤਾ, ਉਹਨਾਂ ਤੇ ਕਿਉਂ ਨਹੀਂ ਰਿਐਕਸ਼ਨ ਦਿੱਤਾ? ਬਿਲਕਿਸ ਬਾਨੋ ਦੇ ਕਾਤਲ ਸਭ ਤੋਂ ਹੀਨੀਅਸ ਕ੍ਰਾਈਮ ਸਾਡੇ ਇੰਡੀਆ ਦੇ ਵਿੱਚ ਜਾਂ ਪਿਨਲ ਕੋਡ 'ਚ, ਇੰਡੀਅਨ ਪਿਨਲ ਕੋਡ 'ਚ ਉਹ ਰੇਪ ਹੈਗਾ। ਰੇਪ ਤੋਂ ਬਾਅਦ ਇੱਕ ਪ੍ਰੈਗਨੈਂਟ ਔਰਤ ਨਾਲ ਰੇਪ ਕਰਨਾ, ਉਹਦੀ ਛੋਟੀ ਬੱਚੀ ਨੂੰ ਵਾਲਾਂ ਤੋਂ ਫੜ ਕੇ ਪਟਕ ਕੇ ਦੀਵਾਰ ਨਾਲ ਮਾਰਨਾ, 10 ਜੀ ਇੱਕ ਪਰਿਵਾਰ ਦੇ ਮਾਰਨੇ, ਤੇ ਉਹਨਾਂ ਨੂੰ ਜਿਹੜੇ ਕਾਤਲ ਨੇ ਉਹਨਾਂ ਨੂੰ ਇਹ ਕਹਿ ਕੇ ਛੱਡਣਾ ਕਿ ਇਹ ਇੱਕ ਸੁਪੀਰੀਅਰ ਕਾਸਟ ਨੂੰ ਬਿਲੋਂਗ ਕਰਦੇ ਨੇ, ਇਸ ਕਰਕੇ ਇਹਨਾਂ ਨੂੰ ਹਿਊਮਨਟੇਰੀਅਨ ਗਰਾਊਂਡ ਤੇ ਛੱਡ ਦਿਓ। ਰਾਜੀਵ ਗਾਂਧੀ ਦੇ ਕਾਤਲਾਂ ਨੂੰ ਵੀ ਇਹ ਹਿਊਮਨਟੇਰੀਅਨ ਗਰਾਊਂਡ ਤੇ ਛੱਡ ਦਿਓ। ਬਾਕੀਆਂ ਲਈ ਜੇ ਇਹ ਗੱਲਾਂ ਹੋ ਸਕਦੀਆਂ, ਉਹਨਾਂ ਨੂੰ ਕਿਉਂ ਨਹੀਂ ਅਪੋਜ਼ ਕਰਦੇ? ਰਾਮ ਰਹੀਮ ਦੀ ਪਰੋਲ ਕਿਉਂ ਨਹੀਂ ਅਪੋਜ਼ ਕਰਦੇ? ਜਿਹੜਾ ਟੈਂਪਰੇਰੀ ਰਿਲੀਜ਼ ਸਿਸਟਮ ਆ, ਰੂਲਸ ਨੇ ਜਿਹੜੇ, ਉਹ ਤੇ ਸਿਰਫ ਬੁਨਿਆਦੀ ਗੱਲਾਂ ਲਈ ਆ। ਜਾਂ ਤੇ ਕਾਸਟ ਕਰਨ ਵਾਸਤੇ ਪਰੋਲ ਮਿਲਦੀ ਆ, ਜਾਂ ਕੋਈ ਐਮਰਜੈਂਸੀ ਵਾਸਤੇ ਮਿਲਦੀ ਆ। ਉਹਨੂੰ ਤੁਸੀਂ ਸਤਸੰਗ ਲਈ ਵੀ ਪਰੋਲ ਦਿੰਦੇ, ਉਹਦੀ ਸ਼ਲਾਘਾ ਕਰੀ ਜਾਂਦੇ। ਸੋ ਇਹ ਜਿਹੜਾ ਇੱਕ ਤੁਸੀਂ 3 ਬੰਦਿਆਂ ਦਾ ਨਾਂ ਲਿਆ, ਕਈ ਸੈਟ ਆਫ ਪੀਪਲਸ ਨੇ ਜਿਹੜੇ ਇੱਕ ਫਿਰਕੇ ਦੇ ਖਿਲਾਫ ਨੇ। ਉਹਨਾਂ ਨੂੰ ਮਤਲਬ ਕਿ ਕੋਈ ਸਿਰ ਪੈਰ ਨਹੀਂ, ਸਿਰਫ ਤੇ ਸਿਰਫ ਉਹਨਾਂ ਨੇ ਇੱਕ ਡਿਸਕ੍ਰਿਮੀਨੇਸ਼ਨ ਫੈਲਾਉਣਾ ਹੈ, ਭਾਵਨਾ ਭੜਕਾਉਂਦੇ ਨੇ ਸਿੱਖਾਂ ਦੀਆਂ, ਫਿਰ ਉਹਦੇ ਤਾਂ ਉਸ ਤੋਂ ਬਾਅਦ ਸਿਕਿਉਰਟੀਆਂ ਮੰਗਦੇ ਨੇ। ਚੱਲ ਸਾਹਿਬ, ਇੱਕ ਪੂਰੀ ਦੁਨੀਆ ਦੇ ਜਿਹੜੇ ਸਿੱਖ ਨੇ, ਪੰਜਾਬੀ ਨੇ, ਉਹਨਾਂ ਦੀ ਤੁਹਾਡੇ ਤੇ ਇਸ ਮੋਰਚੇ ਤੇ ਆਖਿਆ ਸਰਲ ਭਾਸ਼ਾ ਵਿੱਚ ਜਿਹੜੇ 9 ਬੰਦੀ ਸਿੰਘਾਂ ਦੀ ਗੱਲ ਕਰਦੇ ਆ, ਉਹਨੂੰ ਕਿਹੜੇ ਕਾਨੂੰਨੀ ਆਧਾਰ ਤੇ ਬਾਹਰ ਕੱਢਿਆ ਜਾ ਸਕਦਾ, ਰਿਹਾ ਕੀਤਾ ਜਾ ਸਕਦਾ, ਥੋੜਾ ਉਹ ਦਿਓ ਜਾਣ। ਦੇਖੋ, ਬੇਨਤੀ ਹੈ, ਕਾਨੂੰਨ ਦੀ ਗੱਲ ਨਾ ਕਰੋ ਇਸ ਮੁਲਕ 'ਚ। ਗੈਰ ਕਾਨੂੰਨੀ ਤਾਂ ਉਹਨਾਂ ਨੂੰ ਰੱਖਿਆ ਹੈ, ਤੇ ਕਾਨੂੰਨ ਦੀ ਕਿਹੜੀ ਗੱਲ ਕਰੀਏ? ਕਾਨੂੰਨ ਤੁਸੀਂ ਦੇਖਦੇ ਆ ਵੀ ਸੁਪਰੀਮ ਕੋਰਟ ਨੇ ਯੂਪੀ ਦੇ ਕੇਸਾਂ ਦਾ ਕੋਈ ਫਾਰ ਮਾਮਲਾ, ਐਗਜ਼ਾਮਪਲ ਆਪਾਂ ਗੱਲ ਕਰ ਲਈਏ, ਹੋਰ ਮੈਂ ਜੋੜ ਦਿੰਦਾ ਗੱਲ ਨਾਲ ਵੀ ਜਿਵੇਂ ਜਗਤਾਰ ਸਿੰਘ ਹਵਾਰਾ ਤੇ ਇਹ ਆ ਵੀ ਬੇਅੰਤ ਸਿੰਘ ਹੱਤਿਆਕਾਂਡ ਦਾ ਇੱਕ ਮੁਲਜ਼ਮ ਹੈ, ਉਹਨੂੰ ਤੁਸੀਂ ਗੈਰ ਕਾਨੂੰਨੀ ਕਿਵੇਂ ਕਹਿੰਦੇ ਜੀ? ਉਹ ਗੈਰ ਕਾਨੂੰਨੀ ਵੀਰ ਜੀ ਇਸ ਕਰਕੇ ਕਹਿੰਦੇ ਆ ਵੀ ਜੇ ਹਥਿਆਰਾ ਜਿਹੜਾ ਹੈ ਰਾਜੀਵ ਗਾਂਧੀ ਦਾ, ਉਹ ਵੀ ਹਥਿਆਰਾ ਹੈ, ਉਹਨੂੰ ਕਿਉਂ ਛੱਡ ਦਿੱਤਾ ਗਿਆ? ਹਰ ਇੱਕ ਸਟੇਟ ਦੇ ਕਾਨੂੰਨ ਨੇ, ਆਪਣੇ ਇੰਡੀਆ 'ਚ ਜਿੰਨੀਆਂ ਸਟੇਟਾਂ ਨੇ ਉਹਨਾਂ ਨੇ ਇੱਕ ਲਿਮਟ ਬਣਾਈ ਹੈ ਵੀ 12 ਸਾਲ 'ਚ ਵੀ ਛੱਡਿਆ ਜਾ ਸਕਦਾ, 13 ਸਾਲ, 14 ਸਾਲ, ਹੱਦ 16 ਸਾਲ। ਜੇ ਇਹਨਾਂ ਨੇ ਕਾਨੂੰਨ ਬਣਾਏ ਨੇ ਤੇ ਉਹ ਛੱਡਦੇ ਕਿਉਂ ਨਹੀਂ? ਸੁਪਰੀਮ ਕੋਰਟ 'ਚ ਪਿੱਛੇ ਜੇ ਇੱਕ ਕੇਸ ਫੈਸਲਾ ਹੋਇਆ, ਪੇਸ਼ ਹੋਇਆ ਸੀ, ਉੱਥੇ ਉਹਨਾਂ ਨੇ ਐਡਵੋਕੇਟ ਜਨਰਲ ਉਹਨਾਂ ਦੇ ਨੇ ਯੂਪੀ ਨੇ ਸਟੈਂਡ ਲੈ ਲਿਆ ਜੀ ਵੀ ਇਹਨਾਂ ਨੇ ਕੋਈ ਦਰਖਾਸਤ ਨਹੀਂ ਦਿੱਤੀ ਵੀ ਸਾਨੂੰ ਛੱਡ ਦਿਓ। 20-22 ਸਾਲ ਦੇ ਉੱਥੇ ਕੁਝ ਬੰਦੇ ਹੈਗੇ ਨੇ, ਉਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਕਿੱਥੇ ਲਿਖਿਆ ਵੀ ਉਹ ਦਰਖਾਸਤ ਦੇਣ? ਜਦੋਂ ਉਹਨਾਂ ਦੇ 16 ਸਾਲ ਪੂਰੇ ਹੋ ਗਏ, ਤੁਸੀਂ ਕਿਉਂ ਨਹੀਂ ਕਿਹਾ ਵੀ ਘਰ ਨੂੰ ਚਲੇ ਜਾਓ, ਤੁਹਾਡੀ ਪੂਰੀ ਹੋ ਗਈ ਆ? ਸੋ ਕਾਨੂੰਨ ਕਿਹੜੇ ਦੀ ਗੱਲ ਕਰੀਏ? ਇੱਥੇ ਕਾਨੂੰਨ ਤਾਂ ਕੋਈ ਚੱਲਦਾ ਹੀ ਨਹੀਂ ਹੈਗਾ। ਹੁਣ ਕਾਨੂੰਨ ਦੀ ਇਹ ਕਿਹੜੇ ਕਾਨੂੰਨ 'ਚ ਲਈਏ ਵੀ ਜਗਤਾਰ ਸਿੰਘ ਹਵਾਰਾ 'ਚ ਦਿੱਲੀ ਤੇ ਕੋਈ ਕੇਸ ਨਹੀਂ, ਉੱਥੇ ਉਹਨੂੰ ਰੱਖਿਆ ਹੀ ਨਹੀਂ ਜਾ ਸਕਦਾ। ਕਿਉਂ ਰੱਖਿਆ? ਅਸੀਂ ਉਹਦੇ ਲਈ ਕਾਨੂੰਨੀ ਤੌਰ ਤੇ ਜਿਹੜਾ ਹੈ, ਜੇ ਅਸੀਂ ਉੱਥੇ ਜਾਂਦੇ ਹਾਂ ਤਾਂ ਉਹ ਕਹਿੰਦੇ ਜੀ ਇਹ ਪੋਲੀਟੀਕਲ ਗੱਲਾਂ ਨੇ, ਐਗਜ਼ੈਕਟਿਵ ਦਾ ਮਾਮਲਾ ਹੈ ਸਾਡੇ ਲਈ, ਸੁਪਰੀਮ ਕੋਰਟ ਕਹਿੰਦੀ ਹੈ, ਕੋਰਟਾਂ ਕਹਿੰਦੀਆਂ ਨੇ। ਤੇ ਜੇ ਉਹ ਆਪਣੇ ਕਾਨੂੰਨਾਂ ਨੂੰ ਆਪ ਨਹੀਂ ਮੰਨਦੇ ਤੇ ਦੱਸੋ ਕਾਨੂੰਨ ਤੁਸੀਂ ਕਹਿੰਦੇ ਵੀ ਕਾਨੂੰਨ ਨਹੀਂ ਛਡਾ ਲਓ, ਸਾਡੇ ਲਈ ਕਾਨੂੰਨ ਕੋਈ ਨਹੀਂ ਹੈਗਾ, ਇਹ ਕਾਨੂੰਨ ਹੈਗਾ। ਸਾਡਾ ਕਹਿਣ ਦਾ ਭਾਵ ਇਹ ਹੈ ਵੀ ਕਿਸੇ ਵੀ ਅਪਰਾਧ ਦੀ ਕੋਈ ਲਿਮਟ ਹੈ, ਉਹਦੀ ਕੈਦ ਹੈ, ਉਹ ਪੂਰੀ ਕਰ ਚੁੱਕੇ ਨੇ ਜੀ। ਹੁਣ ਤੁਸੀਂ ਇਹ ਜਿਹੜੀ ਹੈ ਨਾ, ਇਹ ਸਮਾਂ ਹੈ, ਇਹ ਰਾਮ ਰਹੀਮ ਨੂੰ 1-2 ਦਫਾ ਹੋਰ ਉਹਨਾਂ ਨੇ ਦੇ ਕੇ ਨਾ ਪੈਰੋਲ, ਉਹਨੂੰ ਪੂਰੇ ਤੇ ਪੂਰੇ ਛੱਡ ਦੇਣਾ। ਤੁਸੀਂ ਦੇਖ ਲਿਓ ਅਗਲੀ ਇਲੈਕਸ਼ਨ ਤੋਂ। ਇਹ ਕਾਨੂੰਨ ਹੈ, ਇਹਨਾਂ ਕਾਨੂੰਨਾਂ ਦੀ ਕਰੀਏ। ਸੋ ਕਾਨੂੰਨ ਇੱਥੇ ਕੋਈ ਨਹੀਂ ਹੈਗਾ। ਕਾਨੂੰਨ ਆਪਣੇ ਇਹ ਇਲੈਕਸ਼ਨ ਜਿੱਤਣ ਦਾ ਹੈ ਇਹਨਾਂ ਦਾ, ਭਾਵੇਂ ਉਹ ਅਕਾਲੀ ਹੈ, ਭਾਵੇਂ ਕਾਂਗਰਸੀ ਹੈ, ਤੇ ਭਾਵੇਂ ਬੀਜੇਪੀ ਹੈ। ਉਹਨਾਂ ਨੂੰ ਦਰਬਾਰ ਸਾਹਿਬ 'ਤੇ ਹਮਲਾ ਕਰਨਾ, ਚਾਹੇ ਸਾਡੇ ਬੰਦੇ ਅੰਦਰ ਰੱਖਣੇ, ਚਾਹੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਹ ਗੈਰ ਕਾਨੂੰਨੀ ਕਰਨੀਆਂ, ਉਹ ਭੌਂਦੀਆਂ ਨੇ। ਉਹ ਕਹਿੰਦੇ ਨੇ ਕਾਨੂੰਨ ਹੈ, ਜਦੋਂ ਕਿ ਕਾਨੂੰਨ ਨਹੀਂ ਹੈਗਾ। ਸੋ ਅਸੀਂ ਇੱਕ ਉਸ ਸਿਸਟਮ ਨਾਲ ਲੜ ਰਹੇ ਹਾਂ ਜਿਹੜਾ ਆਪਣਾ ਕਾਨੂੰਨ ਆਪ ਨਹੀਂ ਮੰਨਦਾ। ਸਾਨੂੰ ਕੀ ਮੋਰਚਾ ਲਾਉਣ ਦੀ ਲੋੜ ਸੀ ਜਦੋਂ ਬੰਦਿਆਂ ਨੇ 16 ਸਾਲ ਪੂਰੇ ਕਰ ਦਿੱਤੇ ਨੇ? ਸਾਡੇ ਕੁਝ ਸੱਜਣ ਜਿਹੜੇ ਨੇ ਬੇਅੰਤ ਸਿੰਘ ਮਰਡਰ ਕੇਸ 'ਤੇ ਉਹ ਪੈਰੋਲ 'ਤੇ ਵੀ ਜਾਂਦੇ ਨੇ, ਉਹ ਇਸ ਕਰਕੇ ਦੁਬਾਰਾ ਪੈਰੋਲ 'ਤੇ ਜਾਂਦੇ ਵੀ ਉਹ ਠੀਕ ਵਾਪਸ ਆ ਜਾਂਦੇ ਨੇ। ਤੇ ਉਹਨਾਂ ਨੂੰ ਅੰਦਰ ਕਿਉਂ ਰੱਖਿਆ 16 ਸਾਲ ਤੋਂ ਬਾਅਦ? ਆਪ ਹੀ ਕਿਉਂ ਨਹੀਂ ਛੱਡ ਦਿੰਦੇ? ਸਾਡੇ ਨਾਲ ਵਾਅਦਾ ਕਰਕੇ ਗਵਰਨਰ ਨੇ ਪੰਜਾਬ ਦੇ ਨੇ ਜਿਹੜਾ ਹੈ ਐਡਮਿਨਿਸਟ੍ਰੇਟਰ ਚੰਡੀਗੜ੍ਹ ਵੀ ਮੈਂ ਛੱਡ ਦੂੰਗਾ ਤੁਹਾਡੇ ਬੰਦੇ। 1 ਸਾਲ ਹੋ ਗਿਆ, ਪਿਛਲੇ ਜਨਵਰੀ 'ਚ ਮਿਲ ਕੇ ਆਏ ਆ, ਉਦੋਂ ਸਾਡੇ ਨਾਲ ਵਾਅਦਾ ਕਰ ਲਿਆ।
ਅਪ੍ਰੈਲ 'ਚ ਫਿਰ ਅਸੀਂ ਦੋਨੋਂ ਉਹਨਾਂ ਨੂੰ ਮਿਲਣ ਗਏ ਵੀ ਦੱਸੋ ਜੀ ਕੀ ਕੀਤਾ। ਕਹਿੰਦਾ ਜੀ ਨਹੀਂ ਛੁੱਟ ਸਕਦੇ। ਦੱਸੋ ਕਿਹੜੇ ਕਾਨੂੰਨ ਦੀ ਗੱਲ ਕਰੀਏ। ਇੱਕ ਗਵਰਨਰ ਦੇ ਜਾਂ ਐਡਮਿਨਿਸਟ੍ਰੇਟਰ ਦੇ ਲੈਵਲ ਦਾ ਆਦਮੀ ਵਾਅਦਾ ਕਰਕੇ ਇਹ ਗੱਲ ਕਹਿ ਕੇ ਵੀ ਛੱਡ ਦਾਂਗੇ, ਫਿਰ ਉਹ ਮੁੱਕਰ ਜਾਂਦਾ ਤੇ ਉੱਥੇ ਕਿਹੜਾ ਕਾਨੂੰਨ ਅਪਲਾਈ ਕਰੀਏ, ਕਿੱਥੇ ਜਾਈਏ ਦੱਸੋ। ਇਸ ਕਰਕੇ ਇਹ ਗੱਲਾਂ ਇਹਨਾਂ ਨੇ ਸਾਰੀ ਪੋਲੀਟੀਕਲ ਗੇਮ ਬਣਾ ਦਿੱਤੀ ਹੈ। ਭਾਵੇਂ ਉਹ ਕਿਸੇ ਪਾਰਟੀ ਦੀ ਸਰਕਾਰ ਹੈ, ਇਹਨਾਂ ਦੇ ਖਿਲਾਫ ਲੋਕਾਂ ਦਾ ਰੋਹ ਜਾਗਣਾ ਹੀ ਆ। ਹੁਣ ਲੋਕ ਜਿਹੜੇ ਨੇ ਇੱਥੇ ਕਿਉਂ ਆ ਰਹੇ ਨੇ, ਕੋਈ ਜਗਤਾਰ ਸਿੰਘ ਹਵਾਰਾ ਕਿਸੇ ਦਾ ਰਿਸ਼ਤੇਦਾਰ ਤਾਂ ਨਹੀਂਗਾ, ਲੇਕਿਨ ਉਹਨਾਂ ਨੂੰ ਇਹ ਪਤਾ ਹੈ ਵੀ ਜੇ ਇਹ ਮੁੰਡੇ ਉਹਨੂੰ ਨਾ ਸੋਧਾ ਲਾਉਂਦੇ ਬਿਆਨ ਸਿੰਘ ਨੂੰ, ਤਾਂ ਪੰਜਾਬ ਦੇ ਵਿੱਚ ਸ਼ਾਇਦ ਹੀ ਕੋਈ ਬੰਦਾ ਬਚਦਾ ਨੌਜਵਾਨ। ਇਹ ਗੱਲ ਕਾਤਲ ਤੇ ਇਹਨਾਂ ਨੂੰ ਕਹਿ ਦਿੰਦੇ ਨੇ, ਤੇ ਬਿਆਨ ਸਿੰਘ ਨਹੀਂ ਸੀ ਕਾਤਲ ਹੈਗਾ, ਗਿੱਲ ਨਹੀਂ ਸੀ ਕਾਤਲ ਹੈਗਾ। ਦੋ ਗੱਲਾਂ ਕਰਕੇ ਪੰਜਾਬ ਦੇ ਵਿੱਚ ਕਤਲੇਆਮ ਬਚੀ ਹੈ। ਇੱਕ ਬੇਅੰਤ ਸਿੰਘ ਨੂੰ ਸੌਦਾ ਲਾਉਣਾ, ਦੂਜਾ ਕੇ ਗਿੱਲ ਨੂੰ ਜਿਹੜਾ ਹੈ DGP ਸੀ ਉਹਨੂੰ ਕਹਿ ਦੇਣਾ। ਇਹ ਦੋਨੋਂ ਪੰਜਾਬ ਦੇ ਸੀਨ ਤੋਂ ਜਿਹੜੇ ਨੇ ਉਹ ਬਾਹਰ ਗਏ ਨੇ, ਤੇ ਉਸ ਵੇਲੇ ਜਿਹੜਾ ਐਨਕਾਊਂਟਰ ਜਿਹੜੇ ਨੇ ਬੰਦ ਹੋ ਗਏ ਨੇ। ਸੋ ਇਹ ਜਿਹੜਾ ਹੈ ਇਹਨਾਂ ਨੂੰ ਕ੍ਰੈਡਿਟ ਦੇਣਾ ਚਾਹੀਦਾ ਬੰਦਿਆਂ ਨੂੰ ਜਿਨ੍ਹਾਂ ਨੇ ਇੱਕ ਕਤਲੇਆਮ ਸਰਕਾਰ ਦੀ ਬਚਾ ਦਿੱਤੀ ਹੈ। ਇੱਕ ਉਸ ਔਰਤ ਨੂੰ ਕ੍ਰੈਡਿਟ ਨਹੀਂ ਜਾਣਾ ਚਾਹੀਦਾ ਜਿਹਨ ਕੈਦ ਕਰਾਇਆ 9 ਸਾਲ ਜੀ ਉਹਨਾਂ ਦਾ ਕੇਸ ਲੜਦੇ ਰਹੇ, ਔਰ ਉਹਨੂੰ ਵੀ ਕਹਿੰਦੇ ਸੀ ਵੀ ਤੁਸੀਂ ਟੈਰੋਰਿਸਟ ਦੀ ਮਦਦ ਕਰਦੇ। ਉਹਨੂੰ ਵੀ ਕਹਿੰਦੇ ਸੀ ਵੀ ਤੁਸੀਂ ਉਹ ਵਕੀਲ ਕਰ ਲਿਆ ਜਿਹੜਾ ਟੈਰੋਰਿਸਟ ਦਾ ਵਕੀਲ ਹੈ, ਇਸ ਕਰਕੇ ਤੁਸੀਂ ਤੇ ਸਾਰੇ ਟੈਰੋਰਿਜ਼ਮ ਹੀ ਫੈਲਾਉਂਦੇ। ਦੱਸੋ ਕਿਹੜੇ ਕਾਨੂੰਨ ਦੀ ਗੱਲ ਕਰੀਏ। ਇੱਕ ਜਿਹੜਾ ਆਪ ਕੁਤਾਈ ਕਰਦਾ DGP, ਹੋਮ ਸੈਕਟਰੀ ਦੇ ਘਰ 'ਚ ਕੁਤਾਈ ਹੁੰਦੀ ਹੈ, ਹੋਮ ਸੈਕਟਰੀ ਜਿਹੜਾ ਬਿਲਕੁਲ ਚੁੱਪ ਜਾਂਦਾ, ਗਵਰਨਰ ਕਰ ਜਾਂਦਾ, ਐਡਵਾਈਜ਼ਰ ਉਹਦੇ ਜਿਹੜੇ ਮਰੇ ਜਾਂਦੇ ਨੇ ਉਹ ਸਿਰ ਨਹੀਂ ਚੁੱਕਦੇ। 8 ਸਾਲ ਉਸ ਔਰਤ ਨੂੰ ਝਗੜਾ ਕਰਨਾ ਪਿਆ। ਸੋ ਇਸ ਕਰਕੇ ਇਸ ਮੁਲਕ ਦੇ ਵਿੱਚ ਕਾਨੂੰਨ ਦੀਆਂ ਡਿਫਰੈਂਟ ਜਿਹੜੇ ਇਹ ਇੰਟਰਪ੍ਰੀਟੇਸ਼ਨ ਨੇ, ਜਿਹੜਾ ਕਿ ਨੁਕਸਾਨ ਹੋ ਰਿਹਾ। ਜਰਨੈਲ ਜੀ, ਅੱਜ ਜੋ ਵਾਪਰਿਆ, ਤੁਸੀਂ ਭਾਵੇਂ ਲੱਖ ਕਹਿ ਲਓ, ਤੁਸੀਂ ਕਹਿੰਦੇ ਸਾਡੀ ਤਾਂ ਸੁਣਵਾਈ ਨਹੀਂ ਹੁੰਦੀ, ਵੀ ਪੱਥਰ ਆਏ ਕਲੋਨੀ ਵੱਲੋਂ, ਪਰ ਇਹ ਪਤਾ ਲੱਗਾ ਵੀ ਪੁਲਿਸ ਵਾਲੇ ਵੀ ਜ਼ਖਮੀ ਹੋਏ ਨੇ, ਪਰਚੋ ਪਰਚੀ ਵੀ ਹੋ ਸਕਦੀ ਗੱਲ। ਹੁਣ ਮੋਰਚਾ ਜਾਊ ਕਿੱਧਰ? ਦੇਖੋ, ਮੈਂ ਇੱਕ ਹੋਰ ਐਡ ਕਰਾਂਗਾ ਜਿਹੜੇ ਤੁਹਾਡਾ ਪਹਿਲਾ ਸਵਾਲ ਸੀ। ਤੁਸੀਂ ਕਹਿੰਦੇ ਕਿ ਕਿੱਦਾਂ ਬੰਦੇ ਛੱਡੇ ਜਾਣਗੇ। ਜਿੱਦਾਂ ਰਾਜੀਵ ਗਾਂਧੀ ਦੇ ਕਾਤਲ ਛੱਡੇ ਨੇ ਉੱਦਾਂ ਛੱਡੇ ਜਾਣੇ ਚਾਹੀਦੇ ਨੇ, ਜਿੱਦਾਂ ਬਿਲਕਿਸ ਬਾਨੋ ਦੇ ਕਾਤਲ ਛੱਡੇ ਗਏ ਨੇ। ਉਹਨਾਂ ਲਈ ਕਨਸਟੀਟਿਊਸ਼ਨਲ ਰਾਈਟਸ ਹੈਗੇ ਨੇ। ਉੱਥੇ ਗਵਰਨਰ ਆਪਣੀ ਪਾਵਰ ਵਰਤ ਲੈਂਦਾ 151 ਦੀ, ਉੱਥੋਂ ਪ੍ਰੈਜ਼ੀਡੈਂਟ ਵੀ ਆਪਣੀ ਆਰਟੀਕਲ 72 ਵਰਤ ਸਕਦਾ, ਤੇ ਜਦੋਂ ਸਿੱਖਾਂ ਦਾ ਮਾਮਲਾ ਆ ਜਾਂਦਾ ਉਦੋਂ ਪ੍ਰੋਟੈਕਸ਼ਨ ਵੀ ਨਹੀਂ ਕਰ ਸਕਦੇ। ਇਹ ਦੋਹਰਾ ਮਾਪਦੰਡ ਆ। ਇਹਨੂੰ ਸਮਝੀਏ ਕਿ ਰਾਜੀਵ ਗਾਂਧੀ ਦੇ ਕਾਤਲ ਹਿੰਦੂ ਨੇ, ਬਿਲਕਿਸ ਬਾਨੋ ਦੇ ਜਿਹੜੇ ਕਾਤਲ ਨੇ ਉਹ ਬ੍ਰਾਹਮਣ ਨੇ, ਤੇ ਜਿਹੜਾ ਰਾਮ ਰਹੀਮ ਹੈ ਉਹ ਵੀ ਆਪਣੇ ਇੱਕ ਕਲਟ ਦਾ ਹੈ, ਤੇ ਉਹ ਇੱਕ ਜਮਾਤ ਨੂੰ ਸਪੋਰਟ ਕਰ ਰਿਹਾ। ਸੋ ਇਹ ਸਾਰੀਆਂ ਹੀ ਗੱਲਾਂ ਪੋਲੀਟੀਕਲ ਆ। ਜੇ ਸਭ ਤੋਂ ਵੱਡਾ ਗੁਨਾਹ ਬੰਦੀ ਸਿੰਘਾਂ ਦਾ ਇਹ ਵੀ ਉਹ ਸਿੱਖ ਨੇ। ਬਿਲਕੁਲ, ਸਭ ਤੋਂ ਵੱਡਾ ਗੁਨਾਹ ਹੀ ਇਹ ਉਹਨਾਂ ਦਾ। ਹੋਰ ਦੱਸੋ, ਹੋਰ ਕਿਹੜਾ? ਜਿਹੜਾ ਬਿਲਕਿਸ ਬਾਨੋ ਨੂੰ ਛੱਡਣਾ ਕੋਈ ਗੱਲ ਬਣਦੀ ਸੀ ਉਹਨਾਂ ਦੇ ਕਾਤਲਾਂ ਨੂੰ? ਤੇ ਜੇ ਉਹਨਾਂ ਨੂੰ ਛੱਡ ਦਿੰਦੇ ਆ ਤੇ ਉਹਦੇ ਨਾਲ ਹੀ ਤੇ ਸਾਡਾ ਪ੍ਰੈਜ਼ੀਡੈਂਟ ਸੈੱਟ ਹੋਇਆ, ਰਾਜੀਵ ਗਾਂਧੀ ਦੇ ਅਸੈਸੀਨੇਟਰ ਤੋਂ ਬਾਅਦ ਵੀ ਸੈੱਟ ਹੋਇਆ। ਸੋ ਇਹ ਗੱਲਾਂ ਸਾਰੀਆਂ ਇਹ ਪਤਾ ਹੈ ਕਿੱਦਾਂ ਛੁੱਟਣੇ ਨੇ, ਸਰਕਾਰ ਨੂੰ ਸਾਰੀਆਂ ਗੱਲਾਂ ਪਤਾ ਕਿੱਦਾਂ, ਪਰ ਛੱਡਣ ਦੀ ਨੀਅਤ ਨਹੀਂ ਹੈਗੀ। ਦੂਜੀ, ਹੁਣ ਜਿਹੜੀ ਤੁਸੀਂ ਸਵਾਲ ਪੁੱਛਿਆ, ਇੱਕ ਗੱਲ ਨੂੰ ਮਹਿਸੂਸ ਕਰਨਾ ਪਏਗਾ ਕਿ 7 ਜਨਵਰੀ ਤੋਂ ਇਸ ਮੋਰਚੇ ਤੇ ਬੈਠੇ ਹਾਂ, ਬਹੁਤ ਵੱਡੀ ਸੰਗਤ ਆਈ ਹੈ, ਬਿਲਕੁਲ ਪੀਸਫੁਲ ਚੱਲ ਰਿਹਾ। 26 ਜਨਵਰੀ ਦਾ ਜਿਹੜਾ ਰੋਸ ਮਾਰਚ ਸੀ, ਹਿਸਟੋਰਿਕ ਹੋਏਗਾ ਸ਼ਾਇਦ, ਐਡਾ ਵੱਡਾ ਇਕੱਠ ਮੋਹਾਲੀ ਦੀ ਧਰਤੀ ਤੇ ਕਦੀ ਨਹੀਂ ਨਿਕਲਿਆ। ਦੱਸੋ ਕਿਸੇ ਨੇ ਮੂੰਗਫਲੀ ਦੀ ਰੇਹੜੀ ਤੋਂ ਵੀ ਇੱਕ ਮੂੰਗਫਲੀ ਚੁੱਕ ਕੇ ਖਾਂਦੀ ਹੋਵੇ। ਇਹਨਾਂ ਡਿਸਿਪਲਿਨਡ ਇਕੱਠ, ਔਰ ਐਡਮਿਨਿਸਟ੍ਰੇਸ਼ਨ ਨੇ ਵੀ ਇਹਦੀ ਸ਼ਲਾਘਾ ਕੀਤੀ ਕਿ ਠੀਕ ਹੈ, ਬਹੁਤ ਵਧੀਆ ਤੁਸੀਂ ਮੈਨੇਜ ਕੀਤਾ। ਪਿਛਲੇ 3 ਦਿਨਾਂ ਤੋਂ ਅਸੀਂ ਉੱਥੇ ਜਾ ਰਹੇ ਹਾਂ, ਅਲਾਨਿਆਂ ਜਾ ਰਹੇ ਹਾਂ, ਰੂਟ ਨਾਲ ਜਾਂਦੇ ਹਾਂ। ਉੱਥੇ ਜਾ ਕੇ ਪਹਿਲੇ ਦਿਨ ਜਿਹੜੀ ਗੱਲ ਹੋਈ ਆ, ਗਏ ਆ 5 ਮਿੰਟ 'ਚ ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਜਾਣ ਦੇਣਾ। ਉਹ ਕਹਿੰਦੇ ਜੀ ਅਰੈਸਟ ਕਰਨਾ, ਅਰੈਸਟ ਕਰ ਲਿਆ। ਅਰੈਸਟ ਕਰਨ ਦੇ ਕਰਕੇ ਉਹਨਾਂ ਨੂੰ ਗੱਡੀਆਂ 'ਚ ਬਿਠਾਇਆ, 36 ਥਾਣੇ 'ਚ ਲੈ ਗਏ, ਡਿਟੇਨ ਕਰਕੇ ਰੱਖਿਆ 4-5 ਘੰਟੇ। ਉਸ ਤੋਂ ਬਾਅਦ ਫਿਰ ਇੱਥੇ ਆਪਣੀ ਬੱਸ 'ਚ ਇੱਥੇ ਛੱਡ ਕੇ YPS ਆ ਕੇ ਅਗਲੇ ਦਿਨ ਫਿਰ ਇੱਦਾਂ ਹੋਇਆ। ਅਸੀਂ ਜਦੋਂ ਉਹਨਾਂ ਨੂੰ ਕਿਹਾ ਜੀ ਵੀ ਤੁਸੀਂ 44 ਦੀ ਗੱਲ ਕਰਦੇ ਆ, 144 CRPC ਦੀ, ਉਹ ਤੇ 5 ਬੰਦਿਆਂ ਤੋਂ ਵੱਧ ਤੇ ਅਟਰੈਕਟ ਹੋਣੀ ਆ ਕਿ ਪ੍ਰੋਟੈਸਟ ਕਰਦੇ ਆ। ਅਸੀਂ 5 ਬੰਦਿਆਂ ਦਾ ਜਥਾ ਇੱਥੋਂ ਪੈਦਲ ਭੇਜਾਂਗੇ, ਤੁਸੀਂ ਉਹਨਾਂ ਨੂੰ ਜੇ ਮੋਨੀਟਰ ਕਰਨਾ, ਇੱਕ ਗੱਡੀ ਅੱਗੇ ਲਾ ਲਓ, ਇੱਕ ਪਿੱਛੇ ਲਾ ਲਓ, 5 ਬੰਦਿਆਂ ਨੂੰ ਜਾਣ ਦਿਓ। ਉਹ ਇਸ ਗੱਲ ਤੋਂ ਵੀ ਮੁੱਕਰ ਗਏ ਕਿ ਨਹੀਂ ਜਾਣ ਦੇਣਾ। ਫਿਰ ਇਹੋ ਹੀ ਗੱਲ ਹੋਈ, ਉਹਨਾਂ ਨੇ ਡਿਟੇਨ ਕੀਤਾ, 36 ਥਾਣੇ 'ਚ ਕੁਝ ਸਮਾਂ ਰੱਖਿਆ, ਫਿਰ ਉਹਨਾਂ ਨੂੰ ਬੱਸ 'ਚ ਬਿਠਾ ਕੇ ਫਿਰ ਛੱਡ ਗਏ। ਕੋਈ ਕਲੰਦਰਾ ਨਹੀਂ, ਕੋਈ ਪਰਚਾ ਨਹੀਂ। ਇਸ ਕਰਕੇ ਨਹੀਂ ਕਿਉਂਕਿ ਕੋਈ ਵਾਇਲੇਸ਼ਨ ਹੀ ਨਹੀਂ ਹੋਈ। ਅੱਜ ਉਹਨਾਂ ਨੂੰ ਇਸ ਗੱਲ ਦੀ ਆ ਗਈ ਵੀ ਕਿੰਨੀ ਵਾਰੀ ਅਸੀਂ ਬੇਵਸੀ ਦਿਖਾਈਏ। ਇਹ ਪੁਲਿਸ ਦੀ ਬੇਵਸੀ ਸੀ ਕਿ ਅਸੀਂ ਕੁਝ ਕਰ ਹੀ ਨਹੀਂ ਪਾ ਰਹੇ, ਕਿਉਂਕਿ ਪ੍ਰੋਵੀਜ਼ਨ ਕੋਈ ਅਟਰੈਕਟ ਨਹੀਂ ਹੁੰਦੀ। 107 ਦਾ ਕਲੰਦਰਾ ਵੀ ਕਿੱਥੋਂ ਕਰ ਦੇਣਗੇ।
ਜਦੋਂ ਬੇਵਸੀ ਹੋ ਗਈ ਇਹਨਾਂ ਨੂੰ ਇੱਕੋ ਹੀ ਇੱਕ ਮੌਕਾ ਮਿਲਿਆ ਕਿ ਇਹ ਤੇ ਇਹਨਾਂ ਨੂੰ ਡਰਾਇਆ ਜਾਵੇ, ਨੌਜਵਾਨਾਂ ਨੂੰ ਜਾਂ ਇੱਥੋਂ ਦੀ ਸੰਗਤ ਨੂੰ। ਇਹ ਪਥਰਾਵ ਵੀ ਉੱਥੋਂ ਹੋਇਆ। ਸਭ ਤੋਂ ਪਹਿਲਾਂ ਇੱਕ ਸਭ ਤੋਂ ਮਾੜੀ ਗੱਲ ਜਿਹੜੀ ਉੱਥੇ, ਜੇ ਉਹ ਸ਼ਾਂਤਮਈ ਬੈਠੇ ਸੀ, ਸਭ ਤੋਂ ਪਹਿਲਾਂ ਤੇ ਉਹਨਾਂ ਦੀ ਡਿਊਟੀ ਬਣਦੀ ਸੀ ਨਹੀਂ ਲੈ ਕੇ ਜਾਣਾ, ਅਰੈਸਟ ਕਰ ਲੈਂਦੇ ਵਿਦਨ 5 ਮਿੰਟਸ। ਇਹ ਕੰਮ ਹੁੰਦਾ ਸੀ, ਪਹਿਲਾਂ ਵੀ ਹੋਇਆ, ਪਹਿਲੇ ਦਿਨ ਹੋਇਆ, ਦੂਜੇ ਦਿਨ ਹੋਇਆ। ਅੱਜ ਜਲੀਲ ਕਰਨ ਦੀ ਕੀ ਲੋੜ ਸੀ? ਉੱਥੇ ਬਿਠਾਈ ਰੱਖਿਆ। ਉਹ ਕਹਿੰਦੇ ਜੀ ਅਸੀਂ ਤੁਹਾਨੂੰ ਅਰੈਸਟ ਵੀ ਨਹੀਂ ਕਰਨਾ ਤੇ ਇੱਥੇ ਬੈਠਣ ਵੀ ਨਹੀਂ ਦੇਣਾ। ਪਾਣੀ ਦੀਆਂ ਬੁਛਾਰਾਂ ਮਾਰੀਆਂ, ਲਾਠੀ ਚਾਰਜ ਹੋਇਆ, ਔਰਤਾਂ ਨੂੰ ਮੇਲ ਆਫੀਸਰਸ ਨੇ ਕੁੱਟਿਆ, ਲਾਠੀਆਂ ਮਾਰੀਆਂ, ਔਰ ਬੜੀ ਬੇਰਹਿਮੀ ਨਾਲ ਕੁੱਟਿਆ। ਬਜ਼ੁਰਗਾਂ ਦੀਆਂ ਪੱਗਾਂ ਲਾਈਆਂ, ਨੌਜਵਾਨਾਂ ਨੂੰ ਕੁੱਟਿਆ। ਉਹ ਫਿਰ ਉੱਥੇ ਬਹਿ ਕੇ ਸਤਨਾਮ ਦਾ ਜਾਪ ਕਰ ਰਹੇ। ਉਹ ਕਹਿੰਦੇ ਦਿਓ ਸਾਨੂੰ ਰਾਈਟ ਆ, ਸਾਡਾ ਰਾਈਟ ਟੂ ਮੂਵਮੈਂਟ ਤੇ ਸਾਡਾ ਰਾਈਟ ਆ। ਜੇ 5 ਬੰਦੇ ਵੀ ਨਹੀਂ ਤੁਸੀਂ ਜਾਣ ਦਿਓਗੇ ਇੱਕ ਸ਼ਾਂਤਮਈ ਪ੍ਰੋਟੈਸਟ ਕਰਨ ਲਈ, ਤੇ ਡੈਮੋਕ੍ਰੇਸੀ ਕਾਹਦੀ ਰਹਿ ਗਈ? ਡੈਮੋਕ੍ਰੇਸੀ ਦਾ ਤੇ ਪਹਿਲਾਂ ਹੀ ਮੀਨਿੰਗ ਹੀ ਇਹ ਆ ਕਿ ਡੈਮੋਕ੍ਰੈਟਿਕ ਕੰਟਰੀ ਉਹ ਆ ਜਿੱਥੋਂ ਦੇ ਸਿਟੀਜ਼ਨ ਆਪਣੀ ਕੰਟਰੀ ਨੂੰ ਪ੍ਰੋਟੈਸਟ ਕਰ ਸਕਣ ਆਪਣੀ ਗਵਰਨਮੈਂਟ ਦੇ ਖਿਲਾਫ। ਤੇ ਤੁਸੀਂ ਤੇ ਇਹਦਾ ਸਪਿਰਿਟ ਹੀ ਤੋੜਤੀ ਆ। 5 ਬੰਦੇ ਵੀ ਨਹੀਂ ਜਾਣ ਦੇਣੇ। ਇਹ ਵੀ ਅਲਟਰਨੇਟਿਵ ਦਿੱਤਾ ਕਿ ਤੁਸੀਂ ਜਾਣ ਦਿਓ, ਅੱਗੇ ਪਿੱਛੇ ਗੱਡੀਆਂ ਲਾਓ। ਤੇ ਇਹ ਹੁਣ ਤੇ ਸਰਾਸਰੀ ਜਿਹੜੀ ਉਹਨਾਂ ਦੀ ਬਦਮਾਸ਼ੀ ਆ ਕਿ ਤੁਹਾਡਾ ਅਸੀਂ ਕਾਨੂੰਨ ਵੀ ਨਹੀਂ ਮੰਨਦੇ, ਕੋਈ 44 ਦੀ ਵੀ ਨਹੀਂ ਮੰਨਦੇ, ਤੇ ਅਸੀਂ ਨਹੀਂ ਜਾਣ ਦੇਣਾ, ਨਾ ਤੁਹਾਨੂੰ ਬੈਠਣ ਦੇਣਾ। ਇਹ ਤੇ ਹੁਣ ਸਾਡਾ ਰਾਈਟ ਆ ਪ੍ਰੋਟੈਸਟ ਦਾ। ਫਿਰ ਇਹਨਾਂ ਨੇ ਪਾਣੀ ਦੀਆਂ ਬੁਛਾਰਾਂ ਕੀਤੀਆਂ। ਸਾਡਾ ਇੱਕ ਜ਼ਿੰਮੇਵਾਰ ਆਦਮੀ ਬਲਵਿੰਦਰ ਸਿੰਘ ਮੋਰਚੇ ਦੀ ਮੈਨੇਜਮੈਂਟ ਚੋਂ, ਉਹ ਗਿਆ, ਉਹਦੀ ਪੱਗ ਲਾਤੀ ਬੁਛਾਰ ਮਾਰ ਕੇ, ਡਿੱਗ ਕੇ ਲਾਤੀ। ਦੇਖੋ ਉਹਦੇ 'ਚ ਜਦੋਂ ਕੋਈ ਨਾ ਕੋਈ ਤਾਂ ਇੰਸੀਡੈਂਟ ਹੋਇਆ ਜਿੱਦਾਂ ਡਿੱਗਿਆ। ਮੈਂ ਪਿੱਛੇ ਸੀ ਪਰ ਉਹਦੀ ਪੱਗ ਲੱਥੀ ਵੇਖੀ ਅਸੀਂ। ਇਹ ਜਦੋਂ ਇੱਦਾਂ ਤੁਸੀਂ ਮੇਲ ਆਫੀਸਰਸ ਕੋਲ ਲੇਡੀਜ਼ ਨੂੰ ਡੰਡੇ ਮਰਵਾਓਗੇ, ਉੱਥੇ ਜਿਹੜਾ ਖੂਨ ਖੋਲ ਜਾਂਦਾ, ਉਹਦੇ ਕਲੈਸ਼ ਹੋਈ। ਇਹਦਾ ਕੰਟਰੋਲ ਬਣਦਾ ਸੀ ਉੱਥੋਂ ਦੇ ਸੀਨੀਅਰ ਆਫੀਸਰਸ ਦਾ। ਉਹ ਟਰਾਈ ਕਰਦੇ ਇਹਨਾਂ ਨੂੰ ਰੋਕਣ ਦੀ, ਪਰ ਨਹੀਂ ਕੀਤਾ ਉਹਨਾਂ ਨੇ ਰੋਕਣ ਦੇ ਬਜਾਏ। ਉਹਨਾਂ ਨੇ ਬਾਰ-ਬਾਰ ਇਹ ਪ੍ਰਵੋਕ ਕਰਦੇ ਰਹੇ ਨੇ ਪਾਣੀ ਦੀਆਂ ਬੁਛਾਰਾਂ ਮਾਰ ਕੇ। ਜੇ ਅਸੀਂ ਉੱਥੇ ਇਹ ਗੱਲ ਕੀਤੀ ਕਿ ਬੈਠ ਲੈਂਦੇ, ਉਹ ਬੈਠਣ ਵੀ ਨਹੀਂ ਦਿੰਦੇ। ਸੋ ਸਾਰਾ ਫੇਲੀਅਰ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦਾ। ਜੇ ਉਹ ਵਾਈਬਲ ਤਰੀਕਾ ਸੀ ਜਿਹੜਾ ਜਾਣ ਦਿੰਦੇ, ਜੇ ਅਰੈਸਟ ਕਰਦੇ ਤਾਂ ਵੀ ਗੱਲ ਬਚ ਜਾਂਦੀ ਸੀ, ਜਾਣ ਦਿੰਦੇ ਤਾਂ ਵੀ ਗੱਲ ਬਚਦੀ ਸੀ। ਸਾਰਾ ਕਲੈਸ਼ ਦੀ ਜ਼ਿੰਮੇਵਾਰੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ। ਚੱਲ ਸਾਹਿਬ, ਤੁਹਾਨੂੰ ਕਈ ਸਾਲਾਂ ਤੋਂ ਮੈਂ ਦੇਖ ਰਿਹਾ, ਮੈਂ ਵੀ ਜਦੋਂ ਕਵਰ ਕਰਨ ਜਾਂਦਾ ਸੀ ਕੋਰਟ 'ਚ 2-2 ਘੰਟੇ ਤੁਸੀਂ ਬਹਿਸ ਕਰਦੇ ਸੀ, ਥੱਬੇ ਤੁਹਾਡੇ ਕੋਲ ਫਾਈਲਾਂ ਦੇ ਹੁੰਦੇ ਸੀ। ਇਹ ਸਾਰਾ ਸਾਲਾਂ ਬੱਧੀ ਜਿਹੜਾ ਜਗਤਾਰ ਸਿੰਘ ਹਵਾਰਾ, ਹੋਰ ਜਿਹੜੇ ਨੇ ਬੰਦੀ ਸਿੰਘ, ਉਹਨਾਂ ਲਈ ਤੁਸੀਂ ਕਾਨੂੰਨੀ ਸੰਘਰਸ਼ ਕੀਤਾ। ਉਹਦੇ ਤੋਂ ਜੇ 4 ਸ਼ਬਦ ਕਹਿਣੇ ਹੋਣ ਤੇ ਤੁਹਾਨੂੰ ਕੀ ਤਜਰਬਾ ਕੀ ਹੋਇਆ? ਦੇਖੋ, ਤਜਰਬਾ ਤਾਂ ਇਹੋ ਹੀ ਹੋਇਆ ਹੈ ਵੀ ਅਸੀਂ ਇਹ ਸਾਡੇ ਨਾਲ ਏਡੀ ਵੱਡੀ ਗੈਰ ਕਾਨੂੰਨੀ ਕਰਦੇ ਵੀ ਰਹੇ ਆ। ਜੇਲ੍ਹ ਦੇ ਟਰਾਇਲ ਦੇ ਵਿੱਚ ਸਾਡੇ ਨਾਲ ਬਹੁਤ ਬੁਰੀ ਤਰ੍ਹਾਂ ਨਫ਼ਰਤ ਨਾਲ ਵੇਖਿਆ ਜਾਂਦਾ ਸੀ। ਅਸੀਂ ਜਦੋਂ ਜਾਂਦੇ ਸੀ ਸਾਡੀ ਤਲਾਸ਼ੀ ਇਸ ਤਰ੍ਹਾਂ ਲੈਂਦੇ ਸੀ ਜਿੱਦਾਂ ਅਸੀਂ ਕੋਈ ਚੋਰੀ ਕਰਕੇ ਆ। ਜਿਹੜਾ ਇਹਨਾਂ ਦੇ ਸਰਕਾਰੀ ਵਕੀਲ ਹੁੰਦੇ ਸੀ, ਉਹ ਵੀ ਵਕੀਲਾਂ ਦੇ ਤੌਰ ਤੇ ਜਾਂਦੇ ਸੀ, ਉਹਨਾਂ ਨੂੰ ਉਸੇ ਤਰ੍ਹਾਂ ਦਿੰਦੇ ਸੀ। ਸਾਡੀ ਗੱਡੀ ਇੱਕ ਫਰਲਾਂਗ ਤੇ ਖੜੀ ਕਰਨ ਦਿੰਦੇ ਸੀ, ਅੰਦਰ ਨਹੀਂ ਸੀ ਜਾਣ ਦਿੰਦੇ। ਮੀਂਹ ਪਿਆ ਹੁੰਦਾ ਸੀ, ਉੱਥੇ ਗੱਡੀ ਖੜਾਉਣ ਨੂੰ ਜਗ੍ਹਾ ਨਹੀਂ ਸੀ ਹੁੰਦੀ। ਅਸੀਂ ਗੱਡੀ ਖੜਾਉਂਦੇ ਸੀ, ਸਾਡੇ ਸਾਰੇ ਬੂਟ ਤੇ ਪੈਂਟਾਂ ਜੇ ਅਸੀਂ ਅੰਦਰ ਖੜਦੇ ਸੀ ਗੱਡੀ ਨਹੀਂ ਜਾਣ ਦਿੰਦੇ। ਇੱਥੋਂ ਤੱਕ ਵੀ ਗਿਰਾਵਟ ਹੋ ਗਈ ਜਦੋਂ ਅਸੀਂ ਗਿੱਲ ਦਾ ਟਰਾਇਲ ਕਰਨ ਜਾਂਦੇ ਸੀ 29 ਸੈਕਟਰ ਪੁਲਿਸ ਲਾਈਨ ਦੇ ਵਿੱਚ ਆਡੀਟੋਰੀਅਮ 'ਚ। ਉਦੋਂ ਸਾਡੀ ਗੱਡੀ ਜਿਹੜੀ ਆ, ਮੈਂ ਮੈਡਮ ਬਜਾਜ ਨੂੰ ਨਾਲ ਲੈ ਕੇ ਜਾਂਦਾ ਸੀ, ਉਹਦਾ ਹਸਬੈਂਡ ਵੀ ਕਈ ਵਾਰ ਜਾਂਦਾ ਸੀ। ਸਾਡੀ ਗੱਡੀ ਅੰਦਰ ਨਹੀਂ ਸੀ ਪਾਰਕਿੰਗ ਜਾਣ ਦਿੰਦੇ। ਮੁਲਜ਼ਮ ਦੇ ਤੌਰ ਤੇ ਗਿੱਲ ਅੱਗੇ ਲੈ ਜਾਂਦਾ ਸੀ। ਉਹ ਇੱਕ ਦਿਨ ਉਹਨਾਂ ਨੇ ਅੱਗੇ ਨਾ ਜਾਣ ਦੇਣ ਮੈਂ ਗੱਡੀ, ਫਿਰ ਉਹਨਾਂ ਦੇ ਸਾਰਾ ਗੇਟ ਜਿਹੜਾ ਮਲ ਕੇ ਖਲੋ ਗਿਆ ਵੀ ਜੇ ਮੁਲਜ਼ਮ ਚਲੇ ਜਾਂਦਾ, ਯਾਰ ਅਸੀਂ ਵਕੀਲ ਆ, ਮੇਰੇ ਨਾਲ ਜਿਹੜਾ ਕੰਪਲੇਨੈਂਟ ਤੁਸੀਂ ਉਹਨਾਂ ਨੂੰ ਜਾਣਦੇ, ਕੰਪਲੇਨੈਂਟ ਵੀ IAS ਅਫਸਰ, IAS, ਤੇ ਉਹਨਾਂ ਨੂੰ ਅੰਦਰ ਨਾ ਜਾਣਦਾ। ਮੈਂ ਜਦੋਂ ਗੱਡੀ ਕਰ ਦਿੱਤੀ, ਉਹਨਾਂ ਨੇ ਕਿ ਬਥੇਰੇ ਦਬਕੇ ਤੋਂ ਫਿਰ ਮੈਂ ਗੱਡੀ ਕਰ ਲਓ, ਆਏ ਕਰ ਦਿਓ। ਮੈਂ ਕਿਹਾ ਕੀ ਕਰਿਓ, ਤੁਸੀਂ ਕੌਣ ਆ? ਇਹ ਮੇਰਾ ਅਦਾਲਤ ਦਾ ਕੰਮ ਹੈ, ਤੁਸੀਂ ਮਤ ਇੰਟਰਫੇਅਰ ਕਰੋ। ਉਹਨਾਂ ਨੇ ਆਪਣੇ ਫਿਰ ਅਫਸਰਾਂ ਨਾਲ ਟੈਲੀਫੋਨ ਕਰਕੇ ਗੱਲ ਕੀਤੀ ਵੀ ਇਹ ਤਾਂ ਗੜਬੜ ਹੋ ਗਈ। ਉਹਨਾਂ ਨੇ ਕਿਹਾ ਵੀ ਗੱਡੀ ਇਹਨਾਂ ਦੀ ਅੰਦਰ ਜਾਣ ਦਿਓ। ਇਸ ਤਰ੍ਹਾਂ ਦੀਆਂ ਤੇ ਗੱਲਾਂ ਕਰਦੇ ਨੇ, ਕਾਨੂੰਨ ਕਿਹੜੇ ਦੀ ਗੱਲ ਕਰੀਏ। ਸੋ ਅਸੀਂ ਤਾਂ ਕੋਸ਼ਿਸ਼ ਕੀਤੀ ਹੈ ਵੀ ਇਹਨਾਂ ਨੂੰ ਕਾਨੂੰਨ ਦੇ ਵਿੱਚ ਰਹਿ ਕੇ ਵੀ ਹਰਾ ਦਈਏ, ਪਰ ਇਹ ਤਾਂ ਆਪਣਾ ਵੀ ਕਾਨੂੰਨ ਨਹੀਂ ਮੰਨਦੇ ਯਾਰ। ਸੋ ਇਸ ਕਰਕੇ ਕਾਨੂੰਨ ਹੁਣ ਜੇ SSP ਦੇ ਸਾਹਮਣੇ ਅਸੀਂ ਉੱਥੇ ਜਾਂ ਮਿਨਿਸਟਰ ਦੇ ਸਾਹਮਣੇ SSP ਕਹਿ ਦਿੰਦੇ ਆ ਵੀ ਮੋਹਾਲੀ ਦੇ SSP ਨੂੰ ਅਸੀਂ ਮਿਲ ਕੇ ਆਏ ਹਾਂ ਵੀ ਭਾਈ ਤੁਹਾਨੂੰ ਵਾਰੰਟ ਆਫ ਪ੍ਰੋਡਕਸ਼ਨ ਮਿਲ ਗਿਆ ਹੈ ਜਗਤਾਰ ਸਿੰਘ ਹਵਾਰੇ ਨੂੰ ਪੇਸ਼ ਕਰਨ ਦਾ, ਤੇ ਤੁਸੀਂ ਉਹਨੂੰ ਪੇਸ਼ ਕਰ ਦਿਓ ਪਲੀਜ਼, ਅਸੀਂ ਰਿਕੁਐਸਟ ਕਰਕੇ ਆ। ਤੇ ਅਗਲੇ ਦਿਨ ਜਾ ਕੇ ਉੱਥੇ ਜਾ ਕੇ ਚੋਰੀ ਇੱਕ ਈਮੇਲ ਤੇ ਆਉਂਦੇ ਵੀ ਅਸੀਂ ਈਮੇਲ ਰਾਹੀਂ ਵਾਰੰਟ ਭੇਜ ਦਿੱਤਾ ਜੀ। ਮੈਂ ਉਹਨਾਂ ਨੂੰ ਮਿਨਿਸਟਰ ਨੂੰ ਕਿਹਾ ਸਾਹਮਣੇ ਵੀ SSP ਸਾਹਿਬ ਆਪਣੇ ਨੂੰ ਪੁੱਛੋ ਵੀ ਕਿਹੜਾ ਕਾਨੂੰਨ ਹੈ। ਇੱਕ ਪ੍ਰੋਡਕਸ਼ਨ ਵਾਰੰਟ ਬੰਦੇ ਲੈ ਕੇ ਜਾਣਗੇ, ਗਾਰਡ ਲੈ ਕੇ ਜਾਊਗਾ ਕਿ ਈਮੇਲ ਉਹਨੂੰ ਬੰਦੇ ਨੂੰ ਲੈ ਆਊਗੀ? ਮੈਂ ਕਿਹਾ ਇਹ ਤਾਂ ਸਾਡੇ ਨਾਲ ਸਾਰਾ ਹੀ ਮਖੌਲ ਕਰਦੇ ਨੇ, ਆਪਣੇ ਕਾਨੂੰਨ ਦੀ ਪਾਲਣਾ ਤੇ ਬਿਲਕੁਲ ਨਹੀਂ ਕਰਦੇ। ਸੋ ਅਸੀਂ ਇੱਕ ਉਹ ਸਿਸਟਮ ਨਾਲ ਲੜ ਰਹੇ ਹਾਂ ਜਿਹੜਾ ਬਿਲਕੁਲ ਗੈਰ ਕਾਨੂੰਨੀ ਕਰ ਰਿਹਾ ਜੀ।
ਇਹ ਗੈਰ ਕਾਨੂੰਨੀ ਕਰਦਿਆਂ ਇਹਨਾਂ ਨੇ, ਜਿਸ ਤਰ੍ਹਾਂ ਇਹ ਗੈਰ ਕਾਨੂੰਨੀ ਕਰਦੇ ਨੇ, ਪਹਿਲੇ ਬਾਦਲ ਦਾ ਪਤਨ ਹੋਇਆ ਹੈ, ਫਿਰ ਕੈਪਟਨ ਦਾ ਹੋਇਆ, ਹੁਣ ਇਹਨਾਂ ਦਾ ਹੋ ਜਾਏਗਾ। ਕੋਈ ਸਿਰਦ ਬੰਦੇ ਆਉਣਗੇ, ਕਾਨੂੰਨ ਦੀ ਮਾਨਤਾ ਕਰਨਗੇ, ਬਹੁਤ ਵਧੀਆ ਜੀ ਸਾਰਿਆਂ ਨੂੰ। ਦਰਸ਼ਕ ਜੀ, ਇੱਕ ਅਖੀਰਲਾ ਸਵਾਲ ਹੈ ਔਰ ਮੈਨੂੰ ਲੱਗਦਾ ਵੀ ਸ਼ਾਇਦ ਤੁਹਾਡੇ ਦਿਮਾਗ ਤੇ ਬੜਾ ਬੋਝ ਹੋਊਗਾ। ਅੱਜ ਆਪਾਂ ਸਾਰਾ ਆਲਾ ਦੁਆਲਾ ਦੇਖੀਏ, ਜਿਵੇਂ ਕੌਮੀ ਇਨਸਾਫ ਮੋਰਚਾ ਜਿਹੜਾ ਆ ਵੱਧਦਾ ਜਾ ਰਿਹਾ, ਪੱਕੇ ਸੰਘਰਸ਼ੀ, ਮੈਂ ਨਾਂ ਰੱਖਿਆ ਸੰਘਰਸ਼ੀ ਘਰ ਬਣ ਗਏ ਨੇ ਇੱਥੇ। ਔਰ ਇਹ ਜਿਹੜੇ ਸੰਘਰਸ਼ੀ ਘਰਾਂ 'ਚ ਰਹਿਣ ਵਾਲੇ ਲੋਕ ਨੇ, ਇਹ ਤਾਂ ਲੱਗਦਾ ਵੀ ਜਿਵੇਂ ਸੰਘਰਸ਼ ਜਿੱਤਣ ਹੀ ਆਏ ਨੇ, ਉੱਦਾਂ ਜਾਣਾ ਨਹੀਂ। ਜਿਉਂ-ਜਿਉਂ ਮੋਰਚਾ ਵੱਧ ਰਿਹਾ, ਜਿਵੇਂ ਅੱਜ ਕਲੈਸ਼ ਹੋਇਆ, ਲੱਗਦਾ ਨਹੀਂ ਵੀ ਪ੍ਰਬੰਧਕਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਗਈ ਹੈ ਇਹਨੂੰ ਕੰਟਰੋਲ ਕਰਨ ਦੀ। ਦੇਖੋ, ਇਹਦੇ ਮੈਨੇਜਮੈਂਟ ਦੀ ਤੇ ਗੱਲ ਠੀਕ ਹੈ। ਪ੍ਰਬੰਧਕ ਜਿੱਦਾਂ ਮੋਰਚਾ ਵੱਧਦਾ ਜਾਏਗਾ, ਸਾਡੀ ਮੈਨੇਜਮੈਂਟ ਵੀ ਵਧਾਉਣੀ ਪਏਗੀ ਜਾਂ ਸਾਡੀ ਜ਼ਿੰਮੇਵਾਰੀ ਵੀ ਵੱਧਦੀ ਜਾਏਗੀ। ਅੱਜ ਦੀ ਕਲੈਸ਼ ਦੀ ਮੈਂ ਪਹਿਲਾਂ ਵੀ ਗੱਲ ਕਲੀਅਰ ਕੀਤਾ, ਇਹ ਕਲੈਸ਼ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਰਾਇਆ। ਸਾਡੇ ਲੀਗਲ ਰਾਈਟ ਜਿਹੜਾ ਕਰਟੇਲ ਕਰੇਗਾ, ਰਾਈਟ ਟੂ ਪ੍ਰੋਟੈਸਟ, ਰਾਈਟ ਟੂ ਮੂਵਮੈਂਟ, ਰਾਈਟ ਟੂ ਸਪੀਚ ਜਿਹੜਾ ਡਕੇਗਾ, ਉਹ ਦੁਸ਼ਮਣ ਆ ਕਨਸਟੀਟਿਊਸ਼ਨ ਦਾ। ਉਹ ਦੋਸ਼ੀ ਹੋਏਗਾ ਕਿ ਅਸੀਂ ਦੋਸ਼ੀ ਹੋਵਾਂਗੇ ਜਿਹੜੇ ਅਸੀਂ ਇੱਕ ਆਵਾਜ਼ ਬੇਇਨਸਾਫੀ ਦੀ ਬੁਲੰਦ ਕਰ ਰਹੇ ਹਾਂ। ਤੇ ਜੇ ਤੁਸੀਂ ਨਿਹੱਥਿਆਂ ਦੇ ਡਾਂਗਾ ਮਾਰੋਗੇ, ਪਾਣੀ ਦੀਆਂ ਬੁਛਾਰਾਂ ਮਾਰੋਗੇ, ਕਿਸੇ ਪੁੱਤ ਸਾਹਮਣੇ ਉਹਦੀ ਮਾਂ ਨੂੰ ਇੱਕ ਪੁਲਿਸ ਆਫੀਸਰ ਡਾਂਗਾ ਮਾਰੇਗਾ, ਉਹਦੇ ਪਿਓ ਦੀ ਪੱਗ ਲਾਏਗਾ, ਤੇ ਉਹਦੇ ਚੋਂ ਕਲੈਸ਼ ਹੀ ਨਿਕਲੇਗਾ, ਹੋਰ ਕੀ ਨਿਕਲੇਗਾ। ਇਹਨਾਂ ਨੂੰ ਸੁਹਿਰਦਤਾ ਦਿਖਾਉਣੀ ਚਾਹੀਦੀ ਸੀ। ਪਹਿਲਾਂ 2 ਦਿਨ ਜਾਂਦੇ ਰਹੇ ਨੇ, ਤੁਸੀਂ ਅਰੈਸਟ ਕਰਦੇ ਬੰਦਿਆਂ ਨੂੰ ਜਾਂ ਉਹਨਾਂ ਨੂੰ ਵੇਚ ਦਿੰਦੇ 5 ਬੰਦਿਆਂ ਨੂੰ ਜਾਣ ਦਾ। ਇਹਦੀ ਸਰਾਸਰੀ ਐਡਮਿਨਿਸਟ੍ਰੇਸ਼ਨ ਨੂੰ ਇੱਥੋਂ ਸਿੱਖਣਾ ਚਾਹੀਦਾ ਕਿ ਅਸੀਂ ਕੋਈ ਨਾ ਕੋਈ ਇਹਨਾਂ ਲਈ, ਮੋਰਚੇ ਵਾਲਿਆਂ ਲਈ ਫੈਸੀਲੇਟਰ ਬਣੀਏ, ਆਥੋਟੇਰੀਅਨ ਨਾ ਬਣੀਏ। ਆਥੋਟੇਰੀਅਨ ਰੂਲ ਦੀ ਨਾ ਗੱਲ ਕਰੀਏ, ਇੱਥੇ ਫੈਸੀਲੇਟਰ ਬਣ ਕੇ ਜੋ ਉਹਨਾਂ ਦੀ ਡਿਮਾਂਡਸ ਨੇ। ਹੁਣ ਇਹਦੇ 'ਚ ਮਾੜੀ ਗੱਲ ਕੀ ਆ? ਪੰਜਾਬ ਦੇ ਬਸ਼ਿੰਦੇ ਨੇ ਆਪਣੇ ਚੀਫ ਮਿਨਿਸਟਰ ਨੂੰ ਮਿਲਣਾ ਚਾਹੁੰਦੇ ਨੇ, ਸਮੱਤ ਦੇਣੀ ਚਾਹੁੰਦੇ ਨੇ ਉਹਨੂੰ, ਤੇ ਇਹਦੇ 'ਚ ਗੈਰ ਕਾਨੂੰਨੀ, ਪੰਜਾਬੀ ਆਪਣੀ ਰਾਜਧਾਨੀ 'ਚ ਜਾਣਾ ਚਾਹੁੰਦੇ ਨੇ। ਹਾਂ ਬਿਲਕੁਲ, ਤੇ ਇਹਦੇ 'ਚ ਗੈਰ ਕਾਨੂੰਨੀ ਕੀ ਆ? ਰਾਹ ਦੇਣਾ ਚਾਹੀਦਾ। ਜਿਹੜਾ ਰਾਹ ਡੱਕਦਾ ਉਹ ਪਾਪੀ ਹੁੰਦਾ ਵਾ, ਤੇ ਇਹ ਪਾਪ ਕਰ ਰਹੇ ਨੇ। ਸੋ ਤੁਸੀਂ ਚਾਹਲ ਸਾਹਿਬ ਨੂੰ ਜੰਡਿਆਲਾ ਇਹਨੂੰ ਸੁਣਿਆ। ਹੁਣ ਸਵਾਲ ਇੱਕ ਬਹੁਤ ਵੱਡਾ ਹੈ ਵੀ ਜਦੋਂ ਟਿੱਕਰੀ ਤੇ ਸਿੰਘੂ ਬਾਰਡਰ ਤੇ ਸੰਘਰਸ਼ ਚੱਲਿਆ ਸੀ, ਤੇ ਉਦੋਂ ਦਿੱਲੀ ਸਰਕਾਰ ਦੀ ਆਵਾਜ਼ ਆਉਂਦੀ ਸੀ ਵੀ ਖੇਤੀ ਕਾਨੂੰਨ ਬਹੁਤ ਵਧੀਆ ਨੇ, ਵਾਪਸ ਨਹੀਂ ਲਵਾਂਗੇ। ਤੇ ਜਦੋਂ 700 ਸ਼ਹੀਦੀਆਂ ਹੋ ਗਈਆਂ, ਕਈ ਵੱਡੇ ਨੁਕਸਾਨ ਹੋ ਗਏ, ਤੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਇੱਕਦਮ ਅਨਾਉਂਸ ਕਰ ਦਿੱਤਾ ਕਾਨੂੰਨ ਵਾਪਸ ਲੈਣਾ। ਸਵਾਲ ਇਹ ਪੈਦਾ ਹੁੰਦਾ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਮੋਰਚਾ ਇੱਥੇ ਸੜਕਾਂ ਜਾਮ ਕਰਕੇ ਖੁੱਲ੍ਹੇ ਅਸਮਾਨ 'ਚ ਪਿਆ। ਜੇ ਗਲਤ ਹੈ ਤਾਂ ਵੀ, ਜੇ ਠੀਕ ਹੈ ਤਾਂ ਵੀ, ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਕਿਉਂ ਚੁੱਪ ਹੈ? ਠੀਕ ਤੇ ਗਲਤ ਦਾ ਕਿਉਂ ਨਹੀਂ ਨਿਤਾਰਾ ਕਰਦੀ? ਇਹਦਾ ਫੈਸਲਾ ਪੰਜਾਬ ਤੇ ਇਨਸਾਫ ਮੋਰਚੇ ਦੇ ਆਗੂ ਖੁਦ ਹੀ ਕਰਨਗੇ।